फरीदा जिन्नी कमी नाहे गुण ते कमड़े विसार मत शर्मिंदा थी वहीं साईं दे दरबार। जिन्नी दे नन्ने थल्ले हलंत है अद्धा हाहा। इसनों थोड़ा भारा करके बोलना है, जिन्नी नहीं जिन्नी। थोड़ी जी हाहे दी आवाज यानी ना भारा हो जाएगा थोड़ा जा। फरीदा इत्थे थोड़ा जा रुकना है। फरीदा जिन्नी कमी नाहे गुण ते कमड़े विसार। जिन्नी ਦਾ ਮਤਲਬ ਜਿੰਨਾ ਕੰਮਾਂ ਕਰਕੇ, ਜਿੰਨੀ ਕਮੀ ਜਿੰਨਾ ਕੰਮਾਂ ਵਿੱਚ ਜਿਹੜੇ ਕੰਮ ਕਰਨ ਨਾਲ ਨਾਹੇ ਗੁਣ। ਜੋ ਗੁਣ ਸ਼ਬਦ ਹੈ ਇਹਦੇ ਗੁਰਬਾਣੀ ਦੇ ਅੰਦਰ ਕਈ ਸਾਰੇ ਅਰਥਾਂ ਦੇ ਵਿੱਚ ਗੁਣ ਸ਼ਬਦ ਵਰਤਿਆ ਹੋਇਆ ਮਿਲਦਾ ਹੈ। ਜਿਵੇਂ ਸਿਫਤ ਗਾਵੇ ਕੋ ਗੁਣ ਵਡਿਆਈਆਂ ਚਾਰ। ਇੱਥੇ ਗੁਣ ਦਾ ਅਰਥ ਹੈ ਸਿਫਤ। ਦੂਜਾ ਚੰਗੇ ਕੰਮ, ਜਿਵੇਂ ਵਿਣ ਗੁਣ ਕੀਤੇ ਭਗਤ ਨਾ ਹੋਏ। ਇੱਥੇ ਗੁਣ ਦਾ ਅਰਥ ਹੈਗਾ ਚੰਗੇ ਕੰਮ। ਤੀਜਾ ਹੈਗਾ ਲੱਛਣ ਤਾਸੀਰ, ਜਿਵੇਂ ਤ੍ਰਿਹ ਗੁਣ ਬੰਧੀ ਦੇਹੁਰੀ ਜੋ ਆਇਆ ਜਗ ਸੋ ਖੇਲ। ਚੌਥਾ ਅਰਥ ਹੈ ਪ੍ਰਭੂ ਦੇ ਗੁਣ, ਯਾਨੀ ਸਿਫਤ ਸਲਾਹ ਗੁਰ ਮਿਲੇ ਸੁਖ ਪਾਈਐ ਅਗਨ ਮਰੈ ਗੁਣ ਮਾਹੇ। ਇਹ ਗੁਣ ਜਿਹੜਾ ਹੈ ਗਿਆਨ ਵਾਸਤੇ ਵੀ ਵਰਤਿਆ ਹੈ। ਜਿਨ ਗੁਣ ਤਿੰਨ ਸਦ ਮਨ ਵਸੈ ਔਗਣਵੰਤਿਆਂ ਦੂਰ। ਇੱਥੇ ਗਿਆਨ ਹੈ ਅਰਥ ਇਹਦਾ, ਤੇ ਗੁਣ ਦਾ ਮੀਨਿੰਗ ਸੁਭਾਅ ਵੀ ਹੈ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਇੱਥੇ ਗੁਣ ਦਾ ਅਰਥ ਹੈ ਸੁਭਾਅ, ਕਿ ਮੂਰਖ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਸਦਾ ਮਾੜਾ ਹੀ ਬੋਲਦਾ ਹੈ। ਸਤਵਾਂ ਜਿਹੜਾ ਗੁਣ ਦਾ ਅਰਥ ਗੁਰਬਾਣੀ ਵਿੱਚ ਰਸ। ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ। ਇੱਥੇ ਗੁਣ ਦਾ ਮਤਲਬ ਹੈ ਰਸ। ਤੇ ਅੱਠਵਾਂ ਇੱਥੇ ਰਤਨ ਰੂਪੀ ਗੁਣ ਨੇ, ਜਿਵੇਂ ਸ਼ਰੀਰ ਸਰੋਵਰ ਗੁਣ ਪ੍ਰਗਟ ਕੀਏ ਰਤਨ। ਨੌਵਾਂ ਅਰਥ ਗੁਣ ਦਾ ਹੈ ਰੱਸੀ। ਕਹੋ ਕਬੀਰ ਐਸਾ ਗੁਣ ਪਰਮ ਭਾਗਾ ਤੋਂ ਮਨ ਸੁਨ ਸਮਾਨਾ। ਇੱਥੇ ਗੁਣ ਦਾ ਮਤਲਬ ਹੈ ਰੱਸੀ, ਸੱਪ ਹੋਣ ਦਾ ਜਿਵੇਂ ਭਰਮ ਪੈਂਦਾ ਹੈ। ਤੇ ਗੁਣ ਦਾ ਅਰਥ ਗੁਣਾਂ ਦਾ ਭੰਡਾਰ ਪ੍ਰਭੂ ਵੀ ਹੈ। ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਏ। 11ਵਾਂ ਅਰਥ ਹੈ ਤ੍ਰੈ ਗੁਣ ਰਜੋ ਤਮੋ ਔਰ ਸਤੋ, ਜਿਵੇਂ ਨਾਨਕ ਭ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲੇ ਖਟਾਨਾ। ਤੇ 12ਵਾਂ ਅਰਥ ਹੈ ਉਪਕਾਰ। ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ। ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ। ਇੱਥੇ ਗੁਣ ਦਾ ਮਤਲਬ ਉਪਕਾਰ। 13ਵਾਂ ਅਰਥ ਬਾਣੀ ਦੇ ਵਿੱਚ ਹੈ ਵਿਦਿਆ। ਨਾਨਕ ਸੇ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਵਿਦਿਆ ਹੁਨਰ ਤੋਂ ਬਿਨਾ। ਤੇ 14ਵਾਂ ਅਰਥ ਹੈ ਲਾਭ। ਫਰੀਦਾ ਜਿੰਨੀ ਕਮੀ ਨਾਹੀਂ ਗੁਣ। ਇੱਥੇ ਗੁਣ ਦਾ ਅਰਥ ਹੈ ਲਾਭ। ਤੇ 15ਵਾਂ ਅਰਥ ਹੈ ਫੁੱਲ। ਮਹਾਨ ਕੋਸ਼ ਕਰਦਾ ਹੈ ਬ੍ਰਹਮ ਨਾਮ ਗੁਣ ਸਾਖ ਸਰੋਵਰ ਤਿੰਨ ਚੁਨ ਚੁਨ ਪੂਜ ਕਰੀਜੈ। ਤੇ 7ਵਾਂ ਗੁਣ ਹੈ ਸਰਗੁਣ ਦਾ ਸੰਖੇਪ। ਇਹ 16ਵਾਂ ਅਰਥ ਹੈ ਸਰਗੁਣ ਦਾ ਸੰਖੇਪ। ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ। ਤਾਂ ਇੱਥੇ ਜੋ ਫਰੀਦਾ ਜਿੰਨੀ ਕਮੀ ਨਾਹੀਂ ਗੁਣ, ਇੱਥੇ ਗੁਣ ਦਾ ਅਰਥ ਹੈ ਲਾਭ, ਫਾਇਦਾ। ਬਾਬਾ ਫਰੀਦ ਜੀ ਕਹਿੰਦੇ ਨੇ ਜਿੰਨਾ ਕੰਮਾਂ ਦਾ, ਜਿੰਨਾ ਗੁਣਾ ਹੈ, ਜਿਹੜੇ ਕੰਮ ਕਰਨ ਦਾ ਕੋਈ ਗੁਣ ਨਹੀਂ, ਕੋਈ ਲਾਭ ਨਹੀਂ, ਤੇ ਕਮੜੇ ਵਿਸਾਰ। ਉਹ ਕੰਮ ਭੁਲਾ ਦੇ, ਉਹ ਕੰਮ ਛੱਡ ਦੇ। ਵਿਸਾਰ ਦਾ ਮਤਲਬ ਵਿਸਾਰ ਦੇ। ਉਹਨਾਂ ਕੰਮਾਂ ਨੂੰ ਭੁੱਲ ਜਾ। ਅਸੀਂ ਕਹਿੰਦੇ ਇਹ ਚੀਜ਼ ਨੂੰ ਭੁੱਲ ਜਾ, ਮਤਲਬ ਇਹ ਕੰਮ ਨਾ ਕਰ। ਜਿਨ੍ਹਾਂ ਕੰਮਾਂ ਦੇ ਕਰਨ ਨਾਲ ਕੋਈ ਲਾਭ ਨਹੀਂ, ਉਹਨਾਂ ਕੰਮਾਂ ਨੂੰ ਛੱਡ ਦੇ। ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਥੀ ਵਹੀ ਦੀ ਬਜਾਏ ਬਿੰਦੀ ਲਾ ਕੇ ਪੜਾਂਗੇ ਥੀ ਵਹੀਂ। ਥੀ ਵਹੀਂ ਦਾ ਮਤਲਬ ਤੂੰ ਹੋਵੇਂ, ਭਵਿੱਖਤ ਗੱਲ ਹੈ। ਸ਼ਰਮਿੰਦਾ ਦਾ ਮਤਲਬ ਸ਼ਰਮਿੰਦਾ, ਇਹ ਤੁਸੀਂ ਸਮਝਦੇ ਹੋ। ਮਤਾਂ ਪ੍ਰਭੂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ।
ਹੁਣ ਜਿਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ ਉਹ ਕੰਮ ਛੱਡ ਦੇ। ਕਿਉਂ ਛੱਡ ਦੇ? ਕਿਉਂਕਿ ਉਹ ਕੰਮ ਕਰਨ ਦੇ ਨਾਲ ਪ੍ਰਭੂ ਦੇ ਦਰ ਦੇ ਉੱਤੇ ਸ਼ਰਮਿੰਦਾ ਹੋਣਾ ਪਵੇਗਾ, ਮਤਾ ਤੈਨੂੰ ਸ਼ਰਮਿੰਦਾ ਹੋਣਾ ਪਵੇ, ਇਸ ਲਈ ਉਹ ਕੰਮ ਛੱਡ ਦੇ। ਹੁਣ ਆਓ ਆਪਣੀ ਜ਼ਿੰਦਗੀ ਵੱਲ ਥੋੜਾ ਜਿਹਾ ਝਾਤ ਮਾਰ ਲਈਏ, ਸਾਨੂੰ ਇੱਥੋਂ ਸਿੱਖਣ ਨੂੰ ਕੀ ਮਿਲੇਗਾ। ਜਿਵੇਂ ਕੋਈ ਬੰਦਾ ਝੂਠ ਬੋਲਦਾ ਹੈ ਤਾਂ ਦੇਖੋ, ਝੂਠ ਬੋਲਣ ਦਾ ਲਾਭ ਨਹੀਂ, ਇਹ ਨੁਕਸਾਨ ਹੈ। ਇੱਕ ਤਾਂ ਝੂਠ ਬੋਲ ਕੇ ਅਸੀਂ ਕਿਸੇ ਦਾ ਨੁਕਸਾਨ ਕਰਾਂਗੇ, ਦੂਜਾ ਨੁਕਸਾਨ ਸਾਨੂੰ ਇਹ ਹੋਏਗਾ ਕਿ ਸਾਡਾ ਆਪਣਾ ਵਿਸ਼ਵਾਸ ਗਵਾਚ ਜਾਏਗਾ, ਤੇ ਤੀਜਾ ਜਿੱਥੇ ਕਿਤੇ ਸੱਚ ਦੇ ਆਧਾਰ ਦੇ ਉੱਤੇ ਫੈਸਲਾ ਹੋਏਗਾ ਉੱਥੇ ਸਾਨੂੰ ਸ਼ਰਮਿੰਦਗੀ ਉਠਾਣੀ ਪਵੇਗੀ। ਅਸੀਂ ਈਰਖਾ ਕਰਦੇ ਹਾਂ, ਈਰਖਾ ਕਰਕੇ ਅਸੀਂ ਕਿਸੇ ਦਾ ਕੰਮ ਗਵਾ ਦਿੱਤਾ ਜਾਂ ਗਵਾਉਣ ਦਾ ਯਤਨ ਕੀਤਾ, ਜਾਂ ਕਿਸੇ ਦੇ ਚੰਗੇ ਕੰਮ ਨੂੰ ਵੇਖ ਕੇ ਸੜਦੇ ਹਾਂ, ਤਾਂ ਇਸ ਕੰਮ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਈਰਖਾ ਕਰਨ ਦੇ ਨਾਲ ਅਗਲੇ ਦਾ ਤੇ ਕੋਈ ਨੁਕਸਾਨ ਹੋਣਾ ਨਹੀਂ, ਪਰ ਈਰਖਾ ਕਰਨ ਦੇ ਨਾਲ ਸਾਡੇ ਆਪਣੇ ਅੰਦਰ ਜਲਨ ਪੈਦਾ ਹੋਏਗੀ, ਸਾਡੀ ਆਪਣੀ ਖੁਸ਼ੀ ਖਤਮ ਹੋ ਜਾਏਗੀ। ਅਸੀਂ ਐਵੇਂ ਹੀ ਕਿਸੇ ਦੀ ਉੱਚੀ ਇਮਾਰਤ ਨੂੰ ਵੇਖ ਵੇਖ ਕੇ ਸੜਦੇ ਰਵਾਂਗੇ, ਸਾਡੀ ਆਪਣੀ ਖੁਸ਼ੀ ਖਤਮ ਹੋਏਗੀ। ਤੇ ਜਦੋਂ ਅਗਲੇ ਬੰਦੇ ਨੂੰ ਪਤਾ ਲੱਗੇਗਾ ਕਿ ਮੇਰੇ ਨਾਲ ਇਹ ਈਰਖਾ ਕਰਦਾ ਹੈ, ਤਾਂ ਉਹਦੀ ਵੀ ਉਹਦੇ ਮਨ ਦੇ ਵਿੱਚੋਂ ਸਾਡੀ ਕਦਰ ਜਾਂਦੀ ਰਹੇਗੀ। ਤੇ ਜਦੋਂ ਚਾਰ ਬੰਦਿਆਂ ਦੇ ਵਿੱਚ ਗੱਲ ਹੋਈ ਵੀ ਕਾਹਦੇ ਤੋਂ ਤੂੰ ਈਰਖਾ ਕਰਨਾ, ਤੈਨੂੰ ਕਾਹਦਾ ਸਾੜਾ, ਉੱਥੇ ਸ਼ਰਮਿੰਦਗੀ ਉਠਾਣੀ ਪਵੇਗੀ। ਇਸੇ ਤਰ੍ਹਾਂ ਰਿਸ਼ਵਤਖੋਰੀ ਹੈ, ਚੋਰ ਬਜ਼ਾਰੀ ਹੈ, 2 ਨੰਬਰ ਦੇ ਧੰਦੇ ਨੇ, ਵਿਭਚਾਰ ਹੈ, ਜੂਆ ਹੈ, ਤਾਂ ਇਹਨਾਂ ਕੰਮਾਂ ਦਾ ਕੋਈ ਲਾਭ ਨਹੀਂ ਹੈ। ਜੇ ਅਸੀਂ ਮੰਨ ਲਓ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਬੇਵਿਸ਼ਵਾਸੀ ਕਰਦੇ ਹਾਂ, ਤਾਂ ਸਾਡੇ ਪਰਿਵਾਰਕ ਰਿਸ਼ਤੇ ਟੁੱਟ ਜਾਣਗੇ, ਪਰਿਵਾਰ ਬਿਖਰ ਜਾਏਗਾ। ਜੇ ਅਸੀਂ ਰਿਸ਼ਤੇਦਾਰਾਂ ਨਾਲ ਕਿਤੇ ਬੇਵਿਸ਼ਵਾਸੀ ਕਰਦੇ ਹਾਂ, ਠੱਗੀ ਠੋਰੀ ਕਰਦੇ ਹਾਂ, ਰਿਸ਼ਤੇ ਟੁੱਟ ਜਾਣਗੇ। ਜੇ ਮਿੱਤਰਾਂ ਦੇ ਨਾਲ ਮਾੜਾ ਵਰਤਾਵ ਕਰਦੇ ਹਾਂ ਤੇ ਮਿੱਤਰਤਾ ਖਤਮ ਹੋ ਜਾਏਗੀ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜਿਨ੍ਹਾਂ ਕੰਮਾਂ ਦੇ ਕਰਨ ਕਰਕੇ ਕੋਈ ਲਾਭ ਨਹੀਂ ਉਹ ਕੰਮ ਛੱਡ ਦੇ, ਮਤਾ ਤੈਨੂੰ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ। ਹੁਣ ਸਾਈਂ ਦੇ ਦਰਬਾਰ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਸ਼ਰਮਿੰਦਾ ਹੋਣਾ ਪਵੇਗਾ। ਸਾਈਂ ਕੌਣ ਹੈ? ਰੱਬ ਕੌਣ ਹੈ? ਸੱਚ ਹੈ ਨਾ, ਰੱਬ ਸਤਨਾਮ, ਰੱਬ ਦਾ ਨਾਮ ਸੱਚ ਹੈ। ਤਾਂ ਸੱਚ ਦੇ ਦਰਬਾਰ ਵਿੱਚ ਜਿੱਥੇ ਸੱਚ ਦੇ ਆਧਾਰ ਤੇ ਫੈਸਲੇ ਹੁੰਦੇ ਨੇ, ਜਦੋਂ ਸੱਚ ਦੇ ਅੱਗੇ ਪੇਸ਼ ਹੋਣਾ ਪਵੇਗਾ, ਜਦੋਂ ਸੱਚ ਦਾ ਸਾਹਮਣਾ ਕਰਨਾ ਪਵੇਗਾ, ਉਦੋਂ ਤਾਂ ਫਿਰ ਸ਼ਰਮਿੰਦਗੀ ਉਠਾਣੀ ਪਵੇਗੀ ਨਾ। ਇਸ ਲਈ ਸਾਨੂੰ ਇਥੋਂ ਸੇਧ ਦਿੱਤੀ ਜਾ ਰਹੀ ਹੈ ਆਮ ਸੰਸਾਰ ਦੇ ਮਨੁੱਖ ਮਾਤਰ ਨੂੰ, ਚਾਹੇ ਉਹ ਹਿੰਦੂ, ਮੁਸਲਮਾਨ, ਸਿੱਖ, ਈਸਾਈ ਕੋਈ ਵੀ ਹੈ, ਇਸਤਰੀ ਪੁਰਸ਼, ਬਜ਼ੁਰਗ, ਬੱਚੀ ਬੱਚਾ ਕੋਈ ਵੀ ਹੈ, ਹਰ ਇਨਸਾਨ ਨੂੰ ਇਹ ਸਮਝ ਬਖਸ਼ੀ ਜਾ ਰਹੀ ਹੈ, ਗਿਆਨ ਦਿੱਤਾ ਜਾ ਰਿਹਾ ਹੈ, ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਭਾਈ ਮਾੜੇ ਕੰਮ ਨਾ ਕਰੋ, ਜਿਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ ਉਹ ਕੰਮ ਨਾ ਕਰੋ। ਕਿਉਂ? ਕਿ ਨਾ ਉਹਨਾਂ ਦਾ ਕੋਈ ਲਾਭ ਹੀ ਹੈ ਤੇ ਫਿਰ ਸ਼ਰਮਿੰਦਗੀ ਜਿਹੜੀ ਹੈ ਉਹ ਵੱਖਰੀ ਉਠਾਣੀ ਪਵੇਗੀ। ਤਾਂ ਸਾਨੂੰ ਚਾਹੀਦਾ ਹੈ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੀਏ। ਵੈਸੇ ਇਹ ਗੱਲ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ। ਮੰਨ ਲਓ ਮੈਨੂੰ ਕਿਸੇ ਨੇ ਕੋਈ ਕੰਮ ਕਿਹਾ ਕਿ ਵੀਰ ਜੀ ਇਹ ਕੰਮ ਤੁਸੀਂ ਕਰ ਦਿਆ ਜੀ, ਤਾਂ ਇਹ ਕੰਮ ਕਰਨ ਤੋਂ ਪਹਿਲਾਂ ਮੈਨੂੰ 3 ਗੱਲਾਂ ਸੋਚਣੀਆਂ ਚਾਹੀਦੀਆਂ ਨੇ ਕਿ ਇਹ ਕੰਮ ਕਰਨ ਦੇ ਨਾਲ ਮੇਰਾ ਨੁਕਸਾਨ ਤੇ ਨਹੀਂ ਹੋਏਗਾ, ਮੈਨੂੰ ਕੋਈ ਲਾਭ, ਮੇਰਾ ਨੁਕਸਾਨ ਤੇ ਨਹੀਂ ਹੋਏਗਾ। ਜੇ ਮੇਰਾ ਨੁਕਸਾਨ ਹੁੰਦਾ ਹੈ ਤਾਂ ਮੈਨੂੰ ਕੰਮ ਨਹੀਂ ਕਰਨਾ ਚਾਹੀਦਾ। ਦੂਜੀ ਗੱਲ, ਮੈਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਨੇ ਮੈਨੂੰ ਕੰਮ ਕਿਹਾ ਹੈ, ਜੇ ਮੈਂ ਇਹ ਕੰਮ ਕਰਾਂਗਾ ਤਾਂ ਇਸ ਬੰਦੇ ਦਾ ਨੁਕਸਾਨ ਤੇ ਨਹੀਂ ਹੋ ਜਾਏਗਾ, ਇਹ ਕੰਮ ਕਰਨ ਨਾਲ ਇਹਦਾ ਨੁਕਸਾਨ ਤੇ ਨਹੀਂ ਹੋਏਗਾ। ਜੇ ਉਹਦਾ ਵੀ ਨੁਕਸਾਨ ਹੁੰਦਾ ਤਾਂ ਵੀ ਮੈਨੂੰ ਕੰਮ ਨਹੀਂ ਕਰਨਾ ਚਾਹੀਦਾ। ਤੀਜੀ ਗੱਲ, ਮੇਰਾ ਵੀ ਨੁਕਸਾਨ ਨਹੀਂ, ਜਿਹਦੇ ਵਾਸਤੇ ਮੈਂ ਕੰਮ ਕਰ ਰਿਹਾ ਉਹਦਾ ਵੀ ਨੁਕਸਾਨ ਨਹੀਂ, ਪਰ ਉਹ ਕੰਮ ਕਰਨ ਦੇ ਨਾਲ ਸਮਾਜ ਦਾ ਜਾਂ ਆਂਢੀਆਂ ਗੁਆਂਢੀਆਂ 10-15 ਦਾ ਹੋਰਾਂ ਦਾ ਨੁਕਸਾਨ ਹੋ ਜਾਂਦਾ ਹੈ, ਤਾਂ ਮੈਨੂੰ ਉਹ ਕੰਮ ਨਹੀਂ ਕਰਨਾ ਚਾਹੀਦਾ। ਜਿਸ ਨਾਲ ਮੇਰਾ ਵੀ ਨੁਕਸਾਨ ਨਹੀਂ, ਜਿਹਦੇ ਵਾਸਤੇ ਮੈਂ ਕੰਮ ਕਰਨਾ ਹੈ ਉਹਦਾ ਵੀ ਨੁਕਸਾਨ ਨਹੀਂ, ਹੋਰ ਵੀ ਕਿਸੇ ਦਾ ਨੁਕਸਾਨ ਨਹੀਂ, ਉਹ ਕੰਮ ਸਾਨੂੰ ਕਰਨੇ ਚਾਹੀਦੇ ਨੇ। ਜਿਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ ਹੈ, ਨੁਕਸਾਨ ਹੈ, ਉਹ ਕੰਮ ਭੁਲਾ ਦੇਣੇ ਚਾਹੀਦੇ ਨੇ। ਐਸੇ ਕੰਮ ਕਰਨ ਦੇ ਨਾਲ ਆਖਿਰ ਸਾਨੂੰ ਸ਼ਰਮਿੰਦਗੀ ਉਠਾਣੀ ਪੈਂਦੀ ਹੈ। ਤੇ ਕਰਨਾ ਸਾਨੂੰ ਕੀ ਚਾਹੀਦਾ ਹੈ? ਫਰੀਦਾ ਸਾਹਿਬ ਕੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ।
साहिब की कर चाकरी। चाकरी का मतलब सेवा, नौकरी। दिल दी लाहे भरांद, भरांद का मतलब भ्रांति शब्द तो बनया है, भरांद भ्रांति तो, भ्रांति का मतलब संसा, भटकना। बाबा फरीद जी कह रहे हैं कि यह मना विस गंदलों की खातर एवें ना भटक, सगों दिल दी भटकना दूर करके साहिब दी चाकरी कर, सेवा कर, रब दी सेवा कर, रब दी रजा दे विच रह के, दिल दी भटकना दूर करके, दिल दे संसे दूर करके। हुण जदों साडे मन विच भटकना है ना विकारां वाले पासे, तां असीं साहिब दे गुणां नूं अपना नहीं सकांगे। जे मेरे मन दे अंदर विचार आ रहे ने चोरी करन दे, मेरे मन विच विचार किसी दी ईर्खा द्वेष वास्ते आ रहे ने, तां मैं सच दे रास्ते ते नहीं चल पावांगा। इसलिए मैनू ये भटकना जिहड़ी है दूर कर देनी चाहिदी है। मैनू अपनी जिंदगी दा गोल सिर्फ सचियार होना बना लेना चाहिए है। जदों मैं सचियारता नू गोल बना लवांगा पक्के तौर पे, तां फिर मैं सच्चे राह ते चल सकांगा। ते जेकर दिल दी भ्रांति दूर नहीं कीती, तां फिर हालात की होएगी। असीं बाबा फरीद जी दा सलोक पिछे पढ़ आए हैं ना कि मैं जिहड़ा है दिल काती गुड़वात वाली मेरी गल बनी पई है, काली कफनी पाई है, दिल दे विच मेरे कैंची है, मूंह दे विचों मैं मिठा बोलना, ते गोदड़ी पाई हुई है, काले रंग दा चोला पाया होया है, चिट्टे रंग दा चोला पाया होया है, धार्मिक पहनावा पहनया होया है, जबान दे विचों मैं मिठा भी बोलना, बाहरों मैं धार्मिक बनया होया हां, लेकिन अंदरों मैं लोकां नूं इमोशनल ब्लैकमेल करके आर्थिक और मानसिक शोषण करना चाहना। ते ये सारी जिहड़ी वेशभूषा मैं धार्मिक बनाई हुई है, बनाई इस करके है कि मेरे कोल चार पैसे आउण ते मैं भी दुनिया दे रंग तमाशे जिहड़े ने आ विकार माणा, तां फिर ਉਹ ਸਾਹਿਬ ਦੀ ਚਾਕਰੀ ਤਾਂ ਨਾ ਹੋਈ। ਯਾਨੀ ਸਾਹਿਬ ਦੀ ਜਿਹੜੀ ਚਾਕਰੀ ਉਹ ਵਿਖਾਵਿਆਂ ਦੇ ਨਾਲ ਨਹੀਂ ਹੁੰਦੀ ਕਿ ਬਾਹਰੋਂ ਧਾਰਮਿਕ ਪਹਿਨਾਵਾ ਔਰ ਅੰਦਰ ਜਿਹੜੇ ਨੇ ਵਿਕਾਰ, ਅੰਦਰ ਪਾਪ, ਅੰਦਰ ਅਪਰਾਧ, ਇਹ ਸਾਹਿਬ ਦੀ ਚਾਕਰੀ ਨਹੀਂ ਹੈ। ਇਸ ਲਈ ਆਪਣੇ ਮਨ ਦੀ ਭਟਕਣਾ ਦੂਰ ਕਰਕੇ, ਸ਼ੰਕੇ ਦੂਰ ਕਰਕੇ ਰੱਬੀ ਰਜ਼ਾ ਦੇ ਵਿੱਚ ਤੁਰ, ਰੱਬੀ ਗੁਣਾਂ ਦੇ ਨਾਲ ਜੁੜ। ਦਰਵੇਸ਼ਾਂ ਨੂੰ ਲੋੜ ਹੈ ਰੁੱਖਾਂ ਦੀ ਜੀਰਾਂਦ। ਜੀਰਾਂਦ ਦਾ ਮਤਲਬ ਹੈ ਧੀਰਜ, ਜੀਰਾਂਦ ਦਾ ਮਤਲਬ ਹੈ ਸਬਰ, ਲੋੜੀਏ ਦਾ ਮਤਲਬ ਚਾਹੀਦੀ ਹੈ, ਦਰਵੇਸ਼ਾਂ ਨੂੰ ਦਾ ਮਤਲਬ ਫਕੀਰਾਂ ਨੂੰ। यानी फकीर का मतलब ये नहीं कि जो दुनिया नूं छड्ड के चला गया है, इत्थे दरवेश का मतलब रब का जिहड़ा प्यारा है, जिन्हें रब दे नाल प्रीत पानी, उन्हां नूं रुखां वर्गा जिगरा करना चाहिए। उहदी जिंदगी रुख वर्गी होनी चाहिए है। हुण जे रब दे प्यारे नूं समझना है ना, तां सानूं रुख वाले पासे थोड़ा जिहा ध्यान देना पवेगा। रुख जमीन ते धरती ते उगदा है, जमीन दी थोड़ी जी जगह घेरदा है, बाकी अपनियां जड़ां थल्ले लै जांदा, जमीन दे उत्ते उत्थे कुछ नहीं घेरदा, जड़ां थल्ले डूंघियां। तना उहदा 2 4 5 फुट मोटा हो सकता है, किसी दा घट वध, फिर रुख 5 7 10 फुट उच्चा वध जांदा है, फिर अपना खलारा खलारदा है। ਜਿਹੜਾ ਉਸ ਤੇ ਥੱਲੇ ਆਉਂਦਾ ਉਹਨੂੰ ਛਾਂ ਦਿੰਦਾ ਹੈ, ਉਹਨੂੰ ਫਲ ਦਿੰਦਾ ਹੈ। ਜੇ ਉਹਨੂੰ ਵੱਢੀਏ ਤਾਂ ਸਾਨੂੰ ਉਹ ਲੱਕੜ ਦਿੰਦਾ ਹੈ। ਤੇ ਆਪ ਰੁੱਖ ਜਿਹੜਾ ਹੈ ਹਨੇਰੀਆਂ, ਝੱਖੜਾਂ, ਧੁੱਪਾਂ, ਬਰਸਾਤਾਂ, ਇਹ ਸਾਰੇ ਦੁੱਖ ਸਹਾਰਦਾ ਹੈ। ਧੁੱਪ ਵਿੱਚ ਵੀ ਉੱਥੇ ਖੜਾ ਹੈ, ਕਿੰਨੀ ਗਰਮੀ ਪੈ ਰਹੀ ਹੈ, ਲੋ ਵਗ ਰਹੀ ਹੈ, ਲੇਕਿਨ ਥੱਲੇ ਆਏ ਨੂੰ ਛਾਂ ਦਿੰਦਾ ਹੈ, ਆਕਸੀਜਨ ਦੇ ਰਿਹਾ ਹੈ, ਜ਼ਿੰਦਗੀ ਦੇ ਰਿਹਾ ਹੈ, ਫਲ ਦੇ ਰਿਹਾ ਹੈ। ਇੱਕ ਨਾ ਕਹਾਣੀ ਹੈ, ਬੜੀ ਪਿਆਰੀ ਹੈ, ਸਿਰਫ ਕਹਾਣੀ ਹੈ ਇਸ ਚੀਜ਼ ਨੂੰ ਸਮਝਣ ਵਾਸਤੇ
ਕਹਿੰਦੇ ਨੇ ਕੋਈ ਬੱਚਾ ਇੱਕ ਰੁੱਖ ਦੇ ਥੱਲੇ ਖੇਡਣ ਵਾਸਤੇ ਜਾਂਦਾ ਸੀ ਤੇ ਇਸ ਬੱਚੇ ਦਾ ਰੁੱਖ ਦੇ ਨਾਲ ਪਿਆਰ ਸੀ ਤੇ ਰੁੱਖ ਦਾ ਵੀ ਬੱਚੇ ਨਾਲ ਪਿਆਰ ਹੋ ਗਿਆ। ਇਹ ਸਿਰਫ ਕਹਾਣੀ ਹੈ, ਇਹ ਭਾਵਨਾ ਨੂੰ ਸਮਝਣਾ ਹੈ। ਜੇ ਅਸੀਂ ਸ਼ੰਕਾ ਕਰਾਂਗੇ ਤੇ ਹੋ ਜਾਏਗਾ ਹਾਂ ਵੀ ਰੁੱਖ ਕਿਵੇਂ ਪਿਆਰ ਕਰ ਸਕਦਾ, ਦੂਜਾ ਤੀਜਾ। ਕਹਾਣੀ ਹੈ ਸਿਰਫ, ਕਹਾਣੀ ਦਾ ਮਤਲਬ ਨੀ ਦਾ ਮਤਲਬ ਨਹੀਂ ਹੈ, ਕਹਾ ਦਾ ਮਤਲਬ ਕਿਆ ਹੈ, ਕਹਾਣੀ ਦਾ ਮਤਲਬ ਸਿਰਫ ਕਿਆ ਹੈ, ਹਕੀਕਤ ਨਹੀਂ ਹੈ। ਕਹਾਣੀ ਝੂਠੀ ਹੁੰਦੀ ਹੈ ਕਿਉਂਕਿ ਉਹ ਕਹਾਣੀ ਹੈ, ਤੇ ਕਹਾਣੀ ਸੱਚੀ ਹੁੰਦੀ ਹੈ ਕਿਉਂਕਿ ਸੱਚ ਵੱਲ ਇਸ਼ਾਰਾ ਕਰਦੀ ਹੈ, ਸੱਚ ਵੱਲ ਖਬਰ ਦਿੰਦੀ ਹੈ। ਰੁੱਖ ਦੇ ਥੱਲੇ ਇਸ ਬੱਚੇ ਨੇ ਰੋਜ਼ ਖੇਡਣਾ। ਬੱਚਾ ਥੋੜਾ ਵੱਡਾ ਹੋਇਆ, ਜਦੋਂ ਨਿੱਕਾ ਸੀ ਫਲ ਥੱਲੇ ਡਿੱਗਣੇ, ਬੱਚੇ ਨੇ ਫਲ ਖਾਣੇ। ਬੱਚਾ ਥੋੜਾ ਵੱਡਾ ਹੋਇਆ, ਇਹ ਰੁੱਖ ਦੇ ਪੱਤਿਆਂ ਨੂੰ ਨੋਚ ਕੇ ਤੋੜਨ ਲੱਗਾ। ਇਹਨੇ ਛਲਾਂਗ ਮਾਰਨੀ, ਰੁੱਖ ਦੀਆਂ ਟਹਿਣੀਆਂ ਦੇ ਨਾਲ ਲਟਕਣਾ, ਰੁੱਖ ਦੀਆਂ ਟਹਿਣੀਆਂ ਦੇ ਨਾਲ ਝੂਟੇ ਲੈਣੇ, ਰੁੱਖ ਦੇ ਪੱਤੇ ਟੁੱਟਣੇ, ਰੁੱਖ ਦੀਆਂ ਟਹਿਣੀਆਂ ਨਿੱਕੀਆਂ ਨਿੱਕੀਆਂ ਟੁੱਟ ਜਾਣੀਆਂ। ਪਰ ਰੁੱਖ ਬੜਾ ਖੁਸ਼ ਸੀ ਕਿਉਂਕਿ ਬੱਚੇ ਦੀ ਖੁਸ਼ੀ, ਬੱਚੇ ਦੀਆਂ ਕਿਲਕਾਰੀਆਂ, ਬੱਚੇ ਦੀਆਂ ਐਸੀਆਂ ਹਰਕਤਾਂ, ਬੱਚੇ ਦਾ ਪਿਆਰ ਵੇਖ ਕੇ ਰੁੱਖ ਨੂੰ ਵੀ ਪਿਆਰ ਸੀ ਤੇ ਰੁੱਖ ਨੂੰ ਕੋਈ ਤਕਲੀਫ ਨਹੀਂ ਸੀ ਹੁੰਦੀ ਕਿ ਮੇਰੇ ਪੱਤੇ ਤੋੜ ਰਿਹਾ ਹੈ, ਮੇਰੀਆਂ ਟਹਿਣੀਆਂ ਤੋੜ ਰਿਹਾ ਹੈ। ਇਹ ਬੱਚਾ ਥੋੜਾ ਹੋਰ ਵੱਡਾ ਹੋਇਆ, ਇਹਨੇ ਸਕੂਲੇ ਜਾਣਾ ਸ਼ੁਰੂ ਕਰਤਾ। ਰੁੱਖ ਦੇ ਥੱਲੇ ਇਸਨੇ ਕਦੇ ਕਦਾਈ ਆਉਣਾ ਤੇ ਸਕੂਲ ਵਗੈਰਾ ਇਹਨੇ ਜਾਣਾ ਆਰੰਭ ਕੀਤਾ ਤੇ ਇਸਨੇ ਆਉਣਾ ਬੰਦ ਕੀਤਾ। ਰੁੱਖ ਉਦਾਸ ਹੋ ਗਿਆ ਕਿ ਉਹ ਬੱਚਾ ਮੇਰੇ ਨਾਲ ਪਿਆਰ ਕਰਦਾ ਸੀ, ਉਹ ਬੱਚਾ ਆਉਂਦਾ ਕਿਉਂ ਨਹੀਂ, ਕਾਰਨ ਕੀ ਹੈ। ਹੁਣ ਕਿਉਂਕਿ ਇਹ ਬੱਚਾ ਜਵਾਨ ਹੋ ਚੁੱਕਾ ਸੀ, ਬੱਚਾ ਇੱਕ ਦਿਨ ਆਇਆ ਤੇ ਰੁੱਖ ਨੇ ਇਹਨੂੰ ਆਖਿਆ ਵੀ ਤੂੰ ਮੇਰੇ ਕੋਲ ਆਉਂਦਾ ਨਹੀਂ, ਕਾਰਨ। ਕਹਿਣ ਲੱਗਾ ਕਾਰਨ ਇਹ ਹੈ ਕਿ ਮੈਨੂੰ ਹੁਣ ਪੈਸਿਆਂ ਦੀ ਲੋੜ ਹੈ, ਮੇਰੀ ਜ਼ਿੰਦਗੀ ਵਿੱਚ ਮੈਨੂੰ ਪੈਸੇ ਚਾਹੀਦੇ ਨੇ। ਰੁੱਖ ਕਹਿਣ ਲੱਗਾ ਤੂੰ ਆ ਫਲ ਮੇਰੇ ਵੇਚ ਲੈ, ਤੇਰੇ ਕੋਲ ਪੈਸੇ ਆ ਜਾਣਗੇ। ਇਸਨੇ ਜਿਹੜੇ ਫਲ ਸਨ ਨਾ, ਉਹ ਫਲ ਵੇਚੇ ਤੇ ਇਹਦੇ ਕੋਲ ਥੋੜੇ ਬਹੁਤੇ ਪੈਸੇ ਆਏ, ਲੇਕਿਨ ਫਲ ਤਾਂ ਵਿਕ ਗਏ, ਮੌਸਮ ਬਦਲ ਗਿਆ, ਇਹਨੇ ਫਿਰ ਆਉਣਾ ਬੰਦ ਕਰ ਦਿੱਤਾ। ਰੁੱਖ ਫਿਰ ਉਦਾਸ ਹੋ ਗਿਆ, ਰੁੱਖ ਫਿਰ ਉਦਾਸ ਹੋ ਗਿਆ ਕਿ ਮੇਰਾ ਪਿਆਰਾ ਦੋਸਤ, ਉਹਦਾ ਕੀ ਹਾਲ ਹੋਏਗਾ। ਇੱਕ ਦਿਨ ਇਹ ਫਿਰ ਆਇਆ ਤੇ ਰੁੱਖ ਨੇ ਪੁੱਛਿਆ ਵੀ ਆਉਣਾ ਕਿਉਂ ਛੱਡ ਗਿਆ, ਆਉਂਦਾ ਕਿਉਂ ਨਹੀਂ, ਮੈਂ ਤੇਰੇ ਨਾਲ ਪਿਆਰ ਕਰਨਾ। ਕਹਿਣ ਲੱਗਾ ਮੈਨੂੰ ਪੈਸਿਆਂ ਦੀ ਲੋੜ ਹੈ, ਤੇ ਕਹਿਣ ਲੱਗਾ ਮੇਰੇ ਕੋਲ ਫਲ ਤੇ ਨਹੀਂ, ਪਰ ਤੂੰ ਮੇਰੇ ਟਹਿਣੇ ਵੱਢ ਲੈ ਔਰ ਮੇਰੀਆਂ ਇਹ ਲੱਕੜਾਂ ਵੇਚ ਕੇ ਜਿੰਨੀਆਂ ਵਿਕਦੀਆਂ ਨੇ ਪੈਸੇ ਬਣਾ ਲੈ, ਮੇਰੇ ਤੇ ਟਹਿਣੀਆਂ ਹੋਰ ਆ ਜਾਣਗੀਆਂ। ਇਸਨੇ ਆਰਾ ਲਿਆ, ਰੁੱਖ ਦੇ ਟਹਿਣੇ ਵੱਢੇ, ਟਹਿਣੇ ਵੱਢ ਕੇ ਉਹ ਬਾਲਣ ਵਾਲੇ ਨੂੰ ਵੇਚੇ। ਰੁੱਖ ਬੜਾ ਖੁਸ਼ ਸੀ ਕਿ ਮੇਰੇ ਕਰਕੇ ਮੇਰੇ ਮਿੱਤਰ ਨੂੰ ਖੁਸ਼ੀ ਮਿਲੀ, ਇਹਦੀ ਲੋੜ ਪੂਰੀ ਹੋਈ ਹੈ, ਮੇਰੀ ਇਹਦੇ ਨਾਲ ਪ੍ਰੀਤ ਨਿਭਦੀ ਰਹੇਗੀ। ਬਾਲਣ ਵੇਚਿਆ, ਕੁਛ ਦਿਨ ਦਾ ਸਮਾਂ ਪਾਸ ਹੋ ਗਿਆ, ਆਖਿਰ ਇਹਨੇ ਫਿਰ ਆਉਣਾ ਬੰਦ ਕੀਤਾ। ਕਾਫੀ ਮੁੱਦਤ ਬਾਅਦ ਇਹ ਫਿਰ ਆਇਆ। ਰੁੱਖ ਦੇ ਉੱਤੇ ਕੁਛ ਟਹਿਣੀਆਂ ਫਿਰ ਆ ਚੁੱਕੀਆਂ ਸਨ ਤੇ ਰੁੱਖ ਨੇ ਪੁੱਛਿਆ ਵੀ ਸੱਜਣਾ ਆਉਣਾ ਕਿਉਂ ਛੱਡ ਗਿਆ। ਕਹਿਣ ਲੱਗਾ ਮੇਰਾ ਹੁਣ ਇੱਥੇ ਗੁਜ਼ਾਰਾ ਨਹੀਂ ਹੁੰਦਾ, ਮੈਂ ਵਿਦੇਸ਼ ਜਾਣਾ ਚਾਹੁੰਦਾ, ਪਰ ਵਿਦੇਸ਼ ਮੈਂ ਜਾਵਾਂ ਕਿਵੇਂ। ਇੱਥੋਂ ਮੈਂ ਇੰਨੀ ਦੂਰ ਜੇ ਚਲਾ ਜਾਵਾਂ ਤਾਂ ਮੇਰਾ ਕੰਮ ਵਧੀਆ ਚੱਲ ਸਕਦਾ, ਪਰ ਆ ਸਮੁੰਦਰੀ ਏਰੀਆ ਹੈ, ਇੱਥੋਂ ਪਾਰ ਕਿਵੇਂ ਹੋਵਾਂ। ਤੇ ਇਸ ਰੁੱਖ ਨੇ ਕਿਹਾ ਵੀ ਏਦਾਂ ਕਰ, ਮੈਨੂੰ ਜੜ੍ਹਾਂ ਤੋਂ ਵੱਢ ਦੇ ਔਰ ਕਿਸੇ ਚੰਗੇ ਤਰਖਾਨ ਤੋਂ, ਮਿਸਤਰੀ ਤੋਂ ਕਿਸ਼ਤੀ ਬਣਵਾ ਲੈ ਤੇ ਉਹਦੇ ਵਿੱਚ ਬੈਠ ਕੇ ਸਮੁੰਦਰ ਤੋਂ ਪਾਰ ਹੋ ਕੇ ਚਲਾ ਜਾ। ਇਹਨੂੰ ਖੁਸ਼ੀ ਆਈ, ਆਈਡੀਆ ਚੰਗਾ ਲੱਗਾ। ਇਸਨੇ ਥੱਲੋਂ ਆਰਾ ਵਾਇਆ, ਤਣਾ ਥੋੜਾ ਜਿਹਾ ਥੱਲੇ ਰਹਿ ਗਿਆ, ਬਾਕੀ ਵੱਢ ਦਿੱਤਾ। ਕਿਸੇ ਚੰਗੇ ਤਰਖਾਨ ਮਿਸਤਰੀ ਤੋਂ ਇਹਨੇ ਕਿਸ਼ਤੀ ਬਣਵਾਈ ਔਰ ਸਮੁੰਦਰ ਦੇ ਹਿੱਕ ਨੂੰ ਚੀਰਦਾ ਹੋਇਆ ਇਹ ਵਿਦੇਸ਼ ਚਲਾ ਗਿਆ। ਵਿਦੇਸ਼ ਜਾ ਕੇ ਇਹਦਾ ਚੰਗਾ ਕੰਮ ਚੱਲ ਗਿਆ, ਇਹ ਅਮੀਰ ਹੋ ਗਿਆ। ਇਸਨੂੰ ਉਹ ਰੁੱਖ ਭੁੱਲ ਗਿਆ, ਪਰ ਕਹਾਣੀਕਾਰ ਲਿਖਦਾ ਹੈ ਕਿ ਉਹ ਰੁੱਖ ਦਾ ਜਿਹੜਾ ਤਣਾ ਹੈ ਉਹ ਹਾਲੇ ਵੀ ਕਦੇ ਕਦੇ ਹੰਝੂ ਵਹਾਉਂਦਾ ਹੈ
ਔਰ ਯਾਦ ਕਰਦਾ ਹੈ ਕਿ ਮੇਰਾ ਉਹ ਪਿਆਰਾ ਮਿੱਤਰ ਆਵੇ, ਮੈਨੂੰ ਆਪਣਾ ਹਾਲ ਦੱਸੇ, ਉਹਦਾ ਹਾਲ ਕੀ ਹੈ, ਕਿ ਉਹਨੂੰ ਮੇਰੀ ਅਮਦਾਦ ਦੀ ਲੋੜ ਤੇ ਨਹੀਂ। ਇਹ ਕਹਾਣੀ ਹੈ। ਔਰ ਜਦੋਂ ਇਸ ਕਹਾਣੀ ਨੂੰ ਵੇਖੋਗੇ ਨਾ, ਇਹੋ ਜਿਹੇ ਰੁੱਖ ਹਰ ਘਰ ਦੇ ਵਿੱਚ ਮੌਜੂਦ ਨੇ। ਜਿਹੜੇ ਮਾਂ-ਬਾਪ ਨੇ ਨਾ, ਉਹ ਵਾਸਤਵ ਦੇ ਵਿੱਚ ਇਹੋ ਜਿਹੇ ਰੁੱਖ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਿਆ ਹੈ, ਵੱਡਿਆਂ ਕੀਤਾ ਹੈ। ਔਰ ਅੱਜ ਵੀ ਬੇਸ਼ੱਕ ਉਹ ਛੱਡ ਗਏ ਨੇ, ਚਲੇ ਗਏ ਨੇ, ਮਾਂ-ਬਾਪ ਅੱਜ ਵੀ ਉਡੀਕਦੇ ਨੇ ਕਿ ਉਹ ਬੱਚੇ ਆਉਣ, ਅਸੀਂ ਉਹਨਾਂ ਦੀ ਕੋਈ ਹੈਲਪ ਕਰ ਸਕੀਏ। ਤਾਂ ਇਹ ਮੈਂ ਨਾਲ ਆਪਣੇ ਵੱਲੋਂ ਇਹ ਗੱਲ ਕਹੀ, ਕਹਾਣੀਕਾਰ ਲਿਖਦਾ ਹੈ ਕਿ ਅੱਜ ਵੀ ਉਹ ਰੁੱਖ ਉਡੀਕ ਵਿੱਚ ਹੈ ਕਿ ਮੇਰਾ ਉਹ ਪਿਆਰਾ ਆਵੇ ਤੇ ਮੈਂ ਉਹਦਾ ਸਹਿਯੋਗ ਕਰ ਸਕਾਂ, ਉਹਦਾ ਹਾਲ ਪੁੱਛ ਸਕਾਂ। ਦਰਵੇਸ਼ ਇਹੋ ਜਿਹਾ ਹੋਣਾ ਚਾਹੀਦਾ, ਦਰਵੇਸ਼ ਇਹੋ ਜਿਹਾ ਹੋਣਾ ਚਾਹੀਦਾ। ਇਸ ਲਈ ਬਾਬਾ ਫਰੀਦ ਜੀ ਨੇ ਰੁੱਖ ਦੀ ਮਿਸਾਲ ਦਿੱਤੀ ਹੈ। ਸਾਹਿਬ ਕੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ, ਕਿ ਦਿਲ ਦੀਆਂ ਸਾਰੀਆਂ ਭਟਕਣਾਵਾਂ ਦੂਰ ਕਰਕੇ, ਦਿਲ ਦੀਆਂ ਹੇਰਾ ਫੇਰੀਆਂ ਦੂਰ ਕਰਕੇ, ਐਵੇਂ ਆ ਬਾਹਰੀ ਧਾਰਮਿਕ ਪਹਿਨਾਵੇ ਪਾ ਕੇ ਤੇ ਅੰਦਰੋਂ ਹੋਰ ਬਣ ਕੇ ਰੱਬ ਦਾ ਪਿਆਰਾ ਨਹੀਂ ਤੂੰ ਬਣ ਚੱਲਿਆ। ਜਿਹੜਾ ਰੱਬ ਦਾ ਪਿਆਰਾ ਦਰਵੇਸ਼ ਹੈ ਨਾ, ਉਹਨੂੰ ਰੁੱਖ ਵਰਗਾ ਸਬਰ ਚਾਹੀਦਾ, ਉਹਦੇ ਅੰਦਰ ਰੁੱਖ ਵਰਗਾ ਜੀਵਨ ਚਾਹੀਦਾ, ਉਹਦੀ ਰੁੱਖ ਵਰਗੀ ਸੋਚ ਚਾਹੀਦੀ ਹੈ। ਉਹਨੂੰ ਅਸੀਂ ਰੱਬ ਦਾ ਪਿਆਰਾ ਕਹਿ ਸਕਦੇ ਹਾਂ। ਤਾਂ ਜਦੋਂ ਅਸੀਂ ਇਸ ਸ਼ਲੋਕ ਦੀ ਇਸ ਵਿਚਾਰ ਨੂੰ ਕੀਤਾ ਹੈ ਜਾਂ ਸੁਣਿਆ ਹੈ, ਤਾਂ ਆਪਣੇ ਚੌਗਿਰਦੇ ਵੱਲ ਝਾਤ ਮਾਰੀਏ ਕਿ ਕੀ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਨਜ਼ਰੀ ਪੈਂਦਾ ਹੈ। ਇਹੋ ਜਿਹਾ ਰੱਬ ਦਾ ਪਿਆਰਾ, ਇਹਦਾ ਮਤਲਬ ਇਹ ਨਹੀਂ ਕਿ ਨਹੀਂ ਹੈ, ਬਹੁਤ ਨੇ, ਹੈਨ ਵਿਰਲੇ ਨਾ ਹੀ ਕਣੇ। ਹੁਣ ਤੁਸੀਂ ਗੁਰੂ ਸਾਹਿਬਾਨ ਦੇ ਜੀਵਨ ਵੱਲ ਝਾਤ ਮਾਰੋ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਅਰਜਨ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ ਨੇ, ਦੇਗ ਵਿੱਚ ਉਬਲ ਰਹੇ ਨੇ। ਕਾਹਦੇ ਵਾਸਤੇ? ਕਿ ਇਹ ਮਨੁੱਖਤਾ ਸ਼ਾਂਤੀ ਦੇ ਨਾਲ ਰਹਿ ਸਕੇ, ਮਨੁੱਖ ਨੂੰ ਮਨੁੱਖੀ ਹੱਕ ਮਿਲ ਸਕਣ। ਗੁਰੂ ਤੇਗ ਬਹਾਦਰ ਜੀ ਦਿੱਲੀ ਚਾਂਦਨੀ ਚੌਕ ਅੰਦਰ ਸ਼ੀਸ਼ ਲੁਹਾਰੇ ਨੇ, ਕਿਉਂ ਸ਼ਹੀਦੀ ਦੇ ਰਹੇ ਨੇ? ਹਿਊਮਨ ਰਾਈਟਸ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਆਰੇ ਨਾਲ ਚੀਰੇ ਜਾ ਰਹੇ ਨੇ, ਦੇਗ ਵਿੱਚ ਉਬਲ ਰਹੇ ਨੇ, ਰੂਹ ਵਿੱਚ ਜਿੰਦਾ ਜਲਾਏ ਜਾ ਰਹੇ ਨੇ। ਕਿਉਂ? ਹਿਊਮਨ ਰਾਈਟਸ ਵਾਸਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 14 ਜੰਗਾਂ ਲੜੀਆਂ ਨੇ, ਉਹਨੇ ਕਿਸੇ ਤੇ ਹਮਲਾ ਨਹੀਂ ਕੀਤਾ, ਹਮਲਾਵਰਾਂ ਦਾ ਟਾਕਰਾ ਕੀਤਾ ਹੈ। ਬੱਚੇ ਸਾਹਮਣੇ ਸ਼ਹੀਦ ਕਰਾਏ ਨੇ, ਪਿਤਾ ਸ਼ਹੀਦ ਕਰਾਇਆ ਹੈ। ਛੋਟੇ ਮਾਸੂਮ ਬੱਚੇ 6 ਸਾਲ 8 ਸਾਲ ਦੀਆਂ ਉਮਰਾਂ ਵਿੱਚ ਕੋਈ ਉਮਰਾਂ ਹੁੰਦੀਆਂ ਨੇ, ਨੀਹਾਂ ਦੇ ਅੰਦਰ ਚਿਣੇ ਗਏ ਨੇ। ਕਿਉਂ? ਉਹਨਾਂ ਕੋਲ ਤੇ ਆਪਸ਼ਨ ਸੀ ਕਿ ਤੁਹਾਨੂੰ ਬਾਦਸ਼ਾਹ ਬਣਾ ਦੇਾਂਗੇ, ਤੁਹਾਡੇ ਕੋਲ ਸੁੰਦਰ ਬੇਗਮਾਂ ਹੋਣਗੀਆਂ, ਆਉਣ ਵਾਲੀਆਂ ਪੀੜ੍ਹੀਆਂ ਤੁਹਾਡੀਆਂ ਰਾਜ ਮੰਨਣਗੀਆਂ, ਪਰ ਉਸ ਆਪਸ਼ਨ ਨੂੰ ਠੁਕਰਾ ਰਹੇ ਨੇ, ਨੀਹਾਂ ਦੇ ਅੰਦਰ ਚਿੰਨਾ ਮਨਜ਼ੂਰ ਕਰ ਰਹੇ ਨੇ। ਕਿਉਂ? ਹਿਊਮਨ ਰਾਈਟਸ ਵਾਸਤੇ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬੱਚੇ ਦਾ ਕਲੇਜਾ ਮੂੰਹ ਚ ਪਾ ਕੇ ਤੇਰਾ ਕੀਆ ਮੀਠਾ ਲਾਗੇ ਕਹਿਣਾ, ਇਹ ਦਰਵੇਸ਼ ਦੀ ਗੱਲ ਹੀ ਹੈ ਨਾ, ਰੱਬ ਦੇ ਪਿਆਰੇ ਦੀ ਗੱਲ ਹੈ ਨਾ। ਉਹ ਭੈਣਾ ਜਿਨ੍ਹਾਂ ਨੇ ਆਪਣੇ ਮਾਸੂਮ ਬੱਚਿਆਂ ਦੇ ਟੁਕੜੇ ਗਲਿਆਂ ਦੇ ਹਾਰ ਬਣਵਾ ਲਏ, ਤੇਰਾ ਕੀਆ ਮੀਠਾ ਲਾਗੇ, ਤੇ ਇਹ ਸਾਰਾ ਕੁਝ ਕਿਉਂ ਕੀਤਾ? ਕਿਸੇ ਲਾਲਚ ਵਾਸਤੇ ਨਹੀਂ, ਹਿਊਮਨ ਰਾਈਟਸ ਵਾਸਤੇ, ਸੱਚ ਵਾਸਤੇ। ਇਹਨਾਂ ਸਬਰ ਜੋ ਸੱਚ ਵਾਸਤੇ ਕਰ ਸਕਦਾ ਹੈ, ਆਪਣੀਆਂ ਸਾਰੀਆਂ ਦਿਲ ਦੀਆਂ ਭਟਕਣਾਵਾਂ ਨੂੰ ਖਤਮ ਕਰਕੇ ਰੁੱਖ ਵਰਗਾ ਜੀਵਨ ਬਣਾ, ਤਾਂ ਤੂੰ ਰੱਬ ਦਾ ਪਿਆਰਾ ਹੋ ਸਕਣਾ। ਬਨਾਵਟੀ ਬਾਣਿਆਂ ਦੇ ਨਾਲ ਨਹੀਂ ਕਿ ਤੂੰ ਚਿੱਟੇ ਚੋਲੇ ਪਾ ਲੈ ਜਾਂ ਕਾਲੇ ਚੋਲੇ ਪਾ ਲੈ ਜਾਂ ਭਗਵੇਂ ਕੱਪੜੇ ਪਾ ਲਵੇਂ ਤੇ ਥੋੜੇ ਜਿਹੇ ਧਾਰਮਿਕ ਚਿੰਨ੍ਹ ਧਾਰਨ ਕਰਕੇ 5-4 ਮਾਲਾ ਗਲ ਵਿੱਚ ਪਾ ਕੇ 2-3 ਮਾਲਾ ਹੱਥ ਵਿੱਚ ਫੜ ਕੇ ਝੂਠੀਆਂ ਸਮਾਧੀਆਂ ਲਾ ਕੇ ਭੋਰਿਆਂ ਵਿੱਚ ਵੜ ਕੇ ਪਹਾੜਾਂ ਤੇ ਚੜ ਕੇ ਜਪ ਤਪ ਸੰਜਮ ਕਰਕੇ ਜਾਂ ਵਿਖਾਵੇ ਦੇ ਪਾਠ ਪੂਜਾ ਗਿਣਤੀ ਮਿਣਤੀ ਕਰਕੇ ਰੱਬ ਦਾ ਪਿਆਰਾ ਨਹੀਂ ਹੋ ਚੱਲਿਆ।
ਇਸ ਲਈ ਦਿਲ ਦੀਆਂ ਸਾਰੀਆਂ ਭਟਕਣਾਵਾਂ ਖਤਮ ਕਰ। ਆ ਤੀਰਥ ਯਾਤਰਾਵਾਂ ਤੇ ਵਰਤਨ ਰਾਤੇ ਸਰਾਧ ਜਪ ਤਪ ਸੰਜਮ ਸਾਧਨ ਜਿੰਨੇ ਵੀ ਆ ਕਰਮ ਕਾਂਡ ਨੇ, ਬਾਬੇ ਤੇ ਦੇਵੀ ਦੇਵਤੇ ਤੇ ਉਰਲੇ ਪਰਲੇ ਸਭ ਨੂੰ ਛੱਡ ਕੇ ਕੇਵਲ ਸੱਚ ਦੇ ਨਾਲ ਜੁੜ ਔਰ ਆਪਣੇ ਅੰਦਰ ਐਸਾ ਸਬਰ ਪੈਦਾ ਕਰ ਜਿਵੇਂ ਰੁੱਖ ਦਾ ਹੁੰਦਾ ਹੈ। ਰੁੱਖ ਵਰਗਾ ਪਰਉਪਕਾਰੀ ਬਣ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਐਸੀ ਜ਼ਿੰਦਗੀ ਚਾਹੀਦੀ ਹੈ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ਼, ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਇਹਨੂੰ ਗੁਨਹੀ ਨਹੀਂ ਪੜਨਾ, ਗੁਨਹੀ। ਇਹ ਸ਼ਬਦ ਹੈ ਗੁਨਾਹ ਤੋਂ ਬਣਿਆ, ਗੁਨਾਹ। ਔਰ ਗੁਨਾਹੀ ਵੀ ਨਹੀਂ ਪੜਨਾ, ਨੰਨੇ ਨੂੰ ਥੋੜਾ ਭਾੜਾ ਕਰ ਦੇਣਾ ਹੈ, ਗੁਨਹੀ। ਗੁਨਹੀ, ਗੁਨਹੀ ਦਾ ਮਤਲਬ ਗੁਨਾਹਾਂ ਦੇ ਨਾਲ। ਜੇ ਗੁਨਹੀ ਪੜਾਂਗੇ ਤੇ ਇਹਦਾ ਮਤਲਬ ਬਣ ਜਾਏਗਾ ਗੁਨਾਹ ਦੇ ਨਾਲ। ਇੱਥੇ ਗੱਲ ਹੋ ਰਹੀ ਹੈ ਗੁਨਾਹਾਂ ਦੀ। ਫਰੀਦਾ ਕਾਲੇ ਮੈਂਡੇ ਕੱਪੜੇ, ਇਹਨੂੰ ਮੈਡੇ ਨਹੀਂ ਪੜਨਾ, ਮੈਂਡੇ। ਕਾਲੇ ਮੈਂਡੇ ਕੱਪੜੇ। ਬਾਬਾ ਫਰੀਦ ਜੀ ਕਹਿੰਦੇ ਨੇ ਮੇਰੇ ਅੰਦਰ ਰੁੱਖਾਂ ਵਾਲੀ ਜਿਰਾਨਤਾ ਨਹੀਂ ਹੈ, ਰੁੱਖ ਵਾਲਾ ਸਬਰ ਨਹੀਂ, ਰੁੱਖ ਵਾਲਾ ਜੀਵਨ ਨਹੀਂ। ਕੱਪੜੇ ਮੈਂ ਕਾਲੇ ਪਾਏ ਹੋਏ ਨੇ ਤੇ ਜਿਹੜਾ ਮੇਰਾ ਵੇਸ਼ ਭੂਸ਼ਾ ਹੈ ਬਾਕੀ ਵੀ ਕਾਲੇ ਕਾਲਾ ਵੇਸ਼ ਭੂਸ਼ਾ ਹੈ। ਕਾਲੇ ਮੇਰੇ ਕੱਪੜੇ ਨੇ, ਕਾਲਾ ਮੇਰਾ ਵੇਸ਼ ਹੈ, ਪੁਸ਼ਾਕ ਮੇਰੀ ਕਾਲੀ ਹੈ। ਗੁਨਾਹੀ ਭਰਿਆ ਮੈਂ ਫਿਰਾਂ, ਮੈਂ ਵਿਸ਼ ਗੰਦਲਾਂ ਦੀ ਖਾਤਰ ਗੁਨਾਹਾਂ ਦੇ ਨਾਲ ਭਰਿਆ ਪਿਆ ਹਾਂ। ਲੋਕ ਕਹੇ ਦਰਵੇਸ਼, ਇੱਥੇ ਲੋਕ ਦਾ ਮਤਲਬ ਜਗਤ, ਸੰਸਾਰ ਮੈਨੂੰ ਫਕੀਰ ਆਖਦਾ ਹੈ। ਸੰਸਾਰ ਮੈਨੂੰ ਫਕੀਰ ਸਮਝ ਰਿਹਾ, ਫਕੀਰ ਆਖ ਰਿਹਾ। ਮੇਰੇ ਕੱਪੜੇ ਕਾਲੇ ਨੇ, ਮੇਰਾ ਵੇਸ਼ ਪਹਿਨਾਵਾ ਕਾਲਾ ਹੈ ਤੇ ਮੈਂ ਗੁਨਾਹਾਂ ਦੇ ਨਾਲ ਭਰਿਆ ਪਿਆ ਹਾਂ। ਵਿਸ਼ ਗੰਦਲਾਂ ਵਾਸਤੇ ਮੈਂ ਫਿਰ ਰਿਹਾ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਮੇਰੀ ਮੈਂਟੈਲਿਟੀ ਦੇ ਅੰਦਰ ਭਰੇ ਪਏ ਨੇ। ਮੈਂ ਬੇਗਾਨੀਆਂ ਔਰਤਾਂ ਤੱਕਦਾ ਹਾਂ, ਬੇਗਾਨੇ ਮੈਂ ਹੱਕ ਖਾਂਦਾ ਹਾਂ, ਹੋਰ ਮੈਂ ਗੁਨਾਹ ਕਰਦਾ ਹਾਂ। ਕਾਲੇ ਕੱਪੜੇ ਨੇ, ਕਾਲਾ ਵੇਸ਼ ਹੈ, ਅੰਦਰ ਮੇਰੇ ਗੁਨਾਹ ਨੇ। ਲੋਕ ਜਗਤ ਮੈਨੂੰ ਫਕੀਰ ਕਹਿੰਦਾ ਵੀ ਇਹ ਫਕੀਰ ਹੈ। ਦੇਖੋ ਕਿੰਨੀ ਵੱਡੀ ਅਸਲੀਅਤ ਪ੍ਰਗਟ ਕੀਤੀ ਹੈ ਨਾ ਦੱਸ ਕੇ ਕਿ ਰੁੱਖਾਂ ਵਰਗਾ ਜੀਵਨ ਚਾਹੀਦਾ ਹੈ, ਪਰ ਰੁੱਖਾਂ ਵਰਗਾ ਜੀਵਨ ਤੇ ਹੈ ਨਹੀਂ। ਪਹਿਨਾਵਾ ਧਾਰਮਿਕ ਪਹਿਨ ਲਿਆ। ਧਰਮੀ ਦਿਸਣਾ ਬਹੁਤ ਸੌਖਾ ਹੈ, ਲੇਕਿਨ ਧਰਮੀ ਬਣਨਾ ਇਹਦੇ ਵਾਸਤੇ ਤਾਂ ਘਾਲਣਾ ਘਾਲਣੀ ਪਵੇਗੀ ਨਾ। ਧਰਮੀ ਦਿਸਣ ਵਾਸਤੇ, ਧਰਮੀ ਅਖਵਾਉਣ ਵਾਸਤੇ ਕੋਈ ਬਹੁਤੀ ਲੋੜ ਨਹੀਂ। ਕਿਸੇ ਵੀ ਧਰਮ ਦੇ ਧਰਮ ਚਿੰਨ੍ਹ ਪਾ ਲਓ, ਚੋਲਾ ਪਾ ਲਓ, ਬਾਣਾ ਪਾ ਲਓ, ਵੱਖਰਾ ਜਿਹਾ ਪੀਲੇ ਰੰਗ ਦਾ ਪਾ ਲਓ, ਨੀਲਾ ਪਾ ਲਓ, ਚਿੱਟਾ ਪਾ ਲਓ, ਜੋਗੀਆ ਪਾ ਲਓ, ਕਾਲਾ ਪਾ ਲਓ, ਕੋਈ ਵੀ ਵਖੇਵਾ ਜਿਹਾ ਇੱਕ ਪਹਿਨਾਵਾ ਬਣਾ ਲਓ। ਇੱਕ ਦੋ ਮਾਲਾ ਹੱਥ ਵਿੱਚ ਫੜ ਲਓ, ਇੱਕ ਦੋ ਮਾਲਾ ਗਲ ਵਿੱਚ ਪਾ ਲਓ, ਤੂੰਬਾ ਫੜ ਲਓ, ਇੱਕ ਦੋ ਚੇਲੇ ਰੱਖ ਲਓ, ਤੁਸੀਂ ਧਰਮੀ ਦਿਸੋਗੇ। ਦਿਸਣਾ, ਧਰਮੀ ਦਿਸਣਾ ਵੱਖਰੀ ਗੱਲ ਹੈ। ਬਹਿਰੂਪੀਆ ਕੋਈ ਵੀ ਹੋ ਸਕਦਾ ਹੈ। ਆ ਦੇਖਦੇ ਆ ਨਾ ਇੰਡੀਆ ਦੇ ਵਿੱਚ ਕਈ ਮਰੀਅਲ ਜੇ ਬੰਦੇ ਵਿਚਾਰੇ ਕਮਜ਼ੋਰ ਜੇ ਤੇ ਹਨੂਮਾਨ ਬਣੇ ਹੁੰਦੇ ਨੇ। ਪੂਛ ਲਾਈ ਹੁੰਦੀ ਹੈ, ਲੰਗੂਟੀ ਬੰਨੀ ਹੁੰਦੀ ਹੈ ਤੇ ਮੂੰਹ ਦੇ ਉੱਤੇ ਕੇਸਰ ਵਗੈਰਾ ਉਹ ਲਾਇਆ ਹੁੰਦਾ ਹੈ, ਸੰਧੂਰ, ਤੇ ਹਨੂਮਾਨ ਬਣ ਕੇ ਮੰਗਦੇ ਫਿਰਨ। 10 ਕਿਲੋ weight ਨਹੀਂ ਚੁੱਕ ਸਕਦੇ ਪਰ ਹਨੂਮਾਨ ਬਣੇ ਹੋਏ ਨੇ। ਬਹਿਰੂਪੀਆ ਨਾ ਬੰਦਾ ਬਾਹਰਲਾ ਰੂਪ ਵਿਖਾਇਆ ਬਣਾਇਆ ਹੋਇਆ ਹੈ। ਤਾਂ ਬਾਹਰਲੇ ਰੂਪ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਬਾਹਰੀ ਰੂਪ ਜਿਹੜਾ ਹੈ ਬਣਾ ਕੇ ਕੋਈ ਬੰਦਾ ਠੱਗ ਵੀ ਹੋ ਸਕਦਾ ਹੈ। ਸੀਤਾ ਜੀ ਦੇ ਕੋਲ ਰਾਵਣ ਆਉਂਦਾ ਹੈ, ਰਾਵਣ ਨੇ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਤੇ ਸੀਤਾ ਉਹਦੇ ਬਾਹਰਲੇ ਭੇਖ ਦੇ ਉੱਤੇ ਵਿਸ਼ਵਾਸ ਕਰ ਲੈਂਦੀ ਹੈ ਕਿ ਬੰਦਾ ਸੰਤ ਹੈ, ਬਾਬਾ ਹੈ, ਧਰਮੀ ਹੈ, ਮਹਾਂਪੁਰਸ਼ ਹੈ। ਤੇ ਜਦੋਂ ਉਸ ਕਹਾਣੀ ਮੁਤਾਬਕ ਸੀਤਾ ਜੀ ਆਉਂਦੀ ਹੈ ਲక్ష్మణ ਰੇਖਾ ਤੋਂ ਬਾਹਰ ਤੇ ਉਹ ਚੁੱਕ ਕੇ ਮੋਢਿਆਂ ਤੇ ਧਰ ਕੇ ਲੈ ਜਾਂਦਾ, ਚੱਕ ਜਾਂਦਾ, ਸੀਤਾ ਹਰਨ ਹੋ ਜਾਂਦੀ ਹੈ। ਅੱਜ ਵੀ ਸੀਤਾ ਹਰਨ ਹੋ ਰਹੀਆਂ ਨੇ।
ਅੱਜ ਵੀ ਇਸ ਦੁਨੀਆ ਦੇ ਵਿੱਚ ਰਾਵਣ ਦਾ ਪਾਰਟ ਅਦਾ ਕੀਤਾ ਜਾ ਰਿਹਾ ਹੈ। ਕਿੰਨੇ ਸਾਰੇ ਲੋਕ ਨੇ, ਰੋਜ਼ ਅਸੀਂ ਵੇਖਦੇ ਹਾਂ, ਫਲਾਂ ਬਾਬਾ ਫਲਾਂ ਪਿੰਡ ਦੇ ਵਿੱਚੋਂ ਬੀਬੀ ਲੈ ਕੇ ਫਰਾਰ, ਫਲਾਂ ਬਾਬਾ 3 ਗੁਣੇ ਪੈਸੇ ਕਰਦਾ ਸੀ, ਬਣਾਉਂਦਾ ਸੀ, 1 ਲੱਖ ਦਾ 3 ਲੱਖ ਕਰਦਾ ਸੀ ਤੇ 2 ਕਰੋੜ ਲੈ ਕੇ ਫਰਾਰ, ਫਲਾਂ ਬਾਬੇ ਨੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ। ਇਹ ਰੋਜ਼ ਅਖਬਾਰਾਂ ਵਿੱਚ ਅਸੀਂ ਪੜ੍ਹਦੇ ਹਾਂ। ਤਾਂ ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਬਹੁਤ ਸਾਰੇ ਜੋ ਬਹੁਤਾਤ ਗਿਣਤੀ ਲੋਕਾਂ ਦੀ ਹੈ, ਉਹਨਾਂ ਨੇ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਅੰਦਰ ਉਹਨਾਂ ਦੇ ਵਿਕਾਰ ਭਰੇ ਪਏ ਨੇ, ਲੋਕ ਉਹਨਾਂ ਨੂੰ ਦਰਵੇਸ਼ ਸਮਝ ਰਹੇ ਨੇ, ਲੋਕ ਉਹਨਾਂ ਨੂੰ ਰੱਬ ਦਾ ਰੂਪ ਸਮਝ ਰਹੇ ਨੇ, ਲੋਕ ਉਹਨਾਂ ਨੂੰ ਧਰਮੀ ਸਮਝ ਰਹੇ ਨੇ। ਇੱਕ ਬਹੁਤ ਵੱਡੀ ਭੁੱਲ ਹੈ, ਬਹੁਤ ਵੱਡੀ ਭੁੱਲ ਹੈ। ਇਸ ਭਟਕਣਾ ਨੂੰ ਵੀ ਖਤਮ ਕਰਨਾ ਹੈ, ਇਸ ਭੁੱਲ ਨੂੰ ਦੂਰ ਕਰਨਾ ਹੈ। ਕਿਸੇ ਦੇ ਬਾਹਰ ਦੇ ਪਹਿਨਾਵੇ ਨੂੰ ਨਾ ਵੇਖੋ, ਕਿਸੇ ਦੇ ਕੇਵਲ ਬਾਹਰੀ ਬੋਲਾਂ ਨੂੰ ਨਾ ਵੇਖੋ, ਉਹਦੀ ਮੈਂਟੈਲਿਟੀ ਕੀ ਹੈ, ਉਸ ਪਹਿਨਾਵੇ ਦੇ ਪਿੱਛੇ, ਬੋਲਾਂ ਦੇ ਪਿੱਛੇ ਉਹਦੀ ਸੋਚ ਕੀ ਹੈ, ਉਸ ਸੋਚ ਨੂੰ ਵੇਖੋ, ਉਹਦਾ ਇਰਾਦਾ ਕੀ ਹੈ, ਉਹਦਾ ਗੋਲ ਕੀ ਹੈ। ਹੁਣ ਗੰਗੂ ਸੱਚ ਬੋਲਦਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਔਰ ਬੱਚੇ ਮੇਰੇ ਘਰ ਵਿੱਚ ਨੇ। ਜੇ ਬਾਹਰੀ ਨਜ਼ਰ ਨਾਲ ਵੇਖੀਏ ਤੇ ਗੱਲ ਤੇ ਸੱਚੀ ਹੈ, ਪਰ ਇਸ ਸੱਚ ਦੇ ਪਿੱਛੇ ਗੰਗੂ ਦਾ ਇਰਾਦਾ ਕੀ ਹੈ? ਇਰਾਦਾ ਉਹਦਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਬੱਚਿਆਂ ਲਈ ਇਨਾਮ ਲਵਾਂ। ਤਾਂ ਉਹ ਸੱਚ ਤਾਂ ਨਾ ਹੋਇਆ। ਇਰਾਦਾ ਦੇਖੋ ਨਾ, ਇਰਾਦਾ ਕੀ ਹੈ, ਮਾਨਸਿਕਤਾ ਕੀ ਹੈ, ਸੋਚ ਕੀ ਹੈ। ਦੂਜੇ ਪਾਸੇ ਗਨੀ ਖਾਂ, ਨਬੀ ਖਾਂ, ਉਹ ਕਹਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਉੱਚ ਦਾ ਪੀਰ ਹੈ। ਦੁਨਿਆਵੀ ਤੌਰ ਤੇ ਗੱਲ ਝੂਠ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਦਾ ਪੀਰ ਤੇ ਨਹੀਂ ਸੀ, ਪਰ ਉਹਨਾਂ ਦਾ ਇਰਾਦਾ ਦੇਖੋ, ਮਾਨਸਿਕਤਾ, ਸੋਚ ਕੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਰੀਰ ਕਰਕੇ ਬਚਦੇ ਨੇ ਤਾਂ ਦੁਨੀਆ ਤੇ ਧਰਮ ਬਚੇਗਾ, ਕੋਈ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਬਚੇਗਾ। ਇਰਾਦਾ ਕੀ ਹੈ ਪਿੱਛੇ? ਇਸ ਲਈ ਗੱਲ ਪਹਿਨਾਵੇ ਦੀ ਨਹੀਂ ਹੈ, ਗੱਲ ਬੋਲਾਂ ਦੀ ਨਹੀਂ ਹੈ, ਗੱਲ ਇਹ ਹੈ ਕਿ ਕਿਸੇ ਬੰਦੇ ਦਾ ਗੋਲ ਕੀ ਹੈ, ਉਹਦੀ ਸੋਚ ਕੀ ਹੈ। ਇਸ ਲਈ ਬਾਹਰੀ ਪਹਿਨਾਵੇ ਦੀ ਕੋਈ ਵੈਲਿਊ ਨਹੀਂ ਹੈ। ਇਸੇ ਲਈ ਗੁਰਬਾਣੀ ਦੇ ਅੰਦਰ ਥਾਂ ਥਾਂ ਤੇ ਕਿਹਾ ਹੈ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਚਿੱਟੇ ਜਿਨ ਕੇ ਕੱਪੜੇ, ਕੇਵਲ ਜੋਗਵੇਂ ਰੰਗ ਦੀ ਗੱਲ ਹੀ ਨਹੀਂ ਕੀਤੀ, ਭਗਵੇਂ ਰੰਗ ਦੀ, ਚਿੱਟੇ ਦੀ ਵੀ ਕਰ ਰਹੇ ਨੇ। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਦਿਓ, ਜਿਨ੍ਹਾਂ ਨੇ ਬਾਹਰੋਂ ਤੇ ਬੜੇ ਚਿੱਟੇ ਲਿਸ਼ਕਵੇਂ ਪੁਸ਼ਕਵੇਂ ਚੋਲੇ ਕੱਪੜੇ ਪਾਏ ਨੇ, ਪਰ ਅੰਦਰੋਂ ਮੈਲੇ ਔਰ ਕਠੋਰ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਹਨਾਂ ਦੇ ਪੱਲੇ ਸੱਚ ਨਹੀਂ ਤੇ ਉਹ ਪਸ਼ੂ ਔਰ ਡੰਗਰਾਂ ਦੇ ਬਰਾਬਰ ਨੇ। ਇਸ ਲਈ ਬਾਹਰੀ ਪਹਿਨਾਵੇ ਦੀ ਕੋਈ ਵੈਲਿਊ ਨਹੀਂ ਹੈ, ਵੈਲਿਊ ਹੈ ਗੁਣਾਂ ਦੀ। ਤਾਂ ਬਾਬਾ ਫਰੀਦ ਜੀ ਸਾਨੂੰ ਇਥੋਂ ਵਰਜ ਰਹੇ ਹਨ ਕਿ ਭਾਈ ਧਾਰਮਿਕ ਪਹਿਨਾਵੇ ਪਹਿਨ ਕੇ ਮਾੜੇ ਕਰਮ ਨਹੀਂ ਕਰਨੇ ਚਾਹੀਦੇ, ਸਗੋਂ ਅੰਦਰੋਂ ਔਰ ਬਾਹਰੋਂ ਇੱਕ ਹੋਣਾ ਚਾਹੀਦਾ ਹੈ। ਅੰਦਰ ਗੁਣ ਹੋਣੇ ਚਾਹੀਦੇ ਨੇ, ਸੋਚ ਵਿੱਚ ਗੁਣ ਹੋਣੇ ਚਾਹੀਦੇ ਨੇ। ਅਗਲਾ ਬਚਨ ਬਾਬਾ ਫਰੀਦ ਜੀ ਕਰਦੇ ਨੇ, ਤੱਤੀ ਤੋਏ ਨਾ ਪੱਲਵੈ, ਜੇ ਜਲ ਟੁੱਬੀ ਦੇ, ਫਰੀਦਾ ਜੋ ਡੋਹਾਗਣ ਰੱਬ ਦੀ, ਚੂਰੇਂਦੀ ਚੂਰੇ। ਇਹ ਚੂਰੇਦੀ ਲਿਖਿਆ ਨਾ, ਚੂਰੇਦੀ, ਚੂਰੇਦੀ ਨਹੀਂ ਪੜਨਾ, ਇੱਥੇ ਰਾਰੇ ਨਾਲ ਬਿੰਦੀ ਲਾਵਾਂਗੇ, ਚੂਰੇਂਦੀ। ਤੱਤੀ ਤੋਏ ਨਾ ਪੱਲਵੇ, ਜੋ ਤਤੀ ਲਿਖਿਆ ਨਾ, ਤਤੀ, ਇਹਨੂੰ ਪੜਾਂਗੇ ਤੱਤੀ। ਤੱਤੀ ਦਾ ਮਤਲਬ ਸੜੀ ਹੋਈ, ਤੋਏ ਦਾ ਮਤਲਬ ਪਾਣੀ, ਪਾਣੀ ਦੇ ਵਿੱਚ। ਤੋਆ ਪਾਣੀ ਨੂੰ ਕਹਿੰਦੇ ਨੇ ਨਾ, ਪਾਂਡੇ ਤੂੰ ਜਾਣੇ ਹੀ ਨਾ ਹੀ ਕਿੱਥੋਂ ਮਾਸ ਪੰਨਾ, ਤੋਇਓ ਅੰਨ ਕਮਾਦ ਕਪਾਹਾਂ, ਤੋਇਓ ਤ੍ਰਿਪਵਨ ਗੰਨਾ। ਤੋਏ ਦਾ ਮਤਲਬ ਪਾਣੀ ਵਿੱਚ। ਨਾ ਪੱਲਵੇ, ਪੱਲਵੇ ਦਾ ਮਤਲਬ ਪੱਲਰ ਦੀ ਨਹੀਂ, ਪ੍ਰਫੁੱਲਤ ਨਹੀਂ ਹੁੰਦੀ, ਵੱਧਦੀ ਫੁੱਲਦੀ ਨਹੀਂ। ਜਲ, ਜਲ ਦੇ ਲੱਲੇ ਨਾਲ ਸਿਹਾਰੀਏ, ਜਲ ਵਿੱਚ। ਟੁੱਬੀ ਦੇ ਦਾ ਮਤਲਬ ਜੇ ਉਹਨੂੰ ਪਾਣੀ ਵਿੱਚ ਵੀ ਡੋਬਾ ਦੇ ਦਈਏ। ਹੁਣ ਇੱਕ ਚੀਜ਼ ਸਮਝਣ ਵਾਲੀ ਹੈ, ਇੱਕ ਫਸਲ ਐਸੀ ਹੈ ਜਿਹੜੀ ਮੁਰਝਾ ਚੱਲੀ ਏ ਪਾਣੀ ਤੋਂ ਬਿਨਾ, ਸੋਕਾ ਲੱਗਾ ਹੈ, ਲੇਕਿਨ ਜੇ ਉਹਨੂੰ ਸਮੇਂ ਦੇ ਨਾਲ ਪਾਣੀ ਮਿਲ ਜਾਏ ਨਾ,
ਤਾਂ ਉਹ ਫਸਲ ਹਰੀ ਭਰੀ ਹੋ ਜਾਂਦੀ ਹੈ। ਤੁਹਾਡੇ ਘਰਾਂ ਵਿੱਚ ਗਮਲੇ ਨੇ, ਜੇ ਮੁਰਝਾਉਣ ਲੱਗਣ, ਉਹਨਾਂ ਨੂੰ ਜੇ ਸਮੇਂ ਨਾਲ ਪਾਣੀ ਦੇ ਦਿੱਤਾ ਜਾਏ ਤੇ ਉਹ ਹਰੇ ਭਰੇ ਹੋ ਜਾਂਦੇ ਨੇ। ਪਰ ਕਈ ਵਾਰ ਵੇਖਿਆ ਹੋਵੇਗਾ ਪਿੰਡਾਂ ਵਿੱਚ ਜਦੋਂ ਖੇਤੀ ਕਰਦੇ ਆ, ਬਰਸਾਤ ਜ਼ਿਆਦਾ ਪੈ ਜਾਏ ਤੇ ਬਰਸਾਤ ਜ਼ਿਆਦਾ ਪੈਣ ਦੇ ਨਾਲ ਫਸਲ ਪਾਣੀ ਦੇ ਵਿੱਚ ਡੁੱਬ ਜਾਏ, ਕਣਕ ਵਗੈਰਾ ਦੇ ਉੱਤੇ ਕਈ ਵਾਰੀ ਪਾਣੀ ਜ਼ਿਆਦਾ ਪੈ ਜਾਂਦਾ ਨਾ, ਮੀਂਹ ਜ਼ਿਆਦਾ ਪੈ ਜਾਏ ਤੇ ਫਸਲ ਦੇ ਵਿੱਚ ਪਾਣੀ ਜ਼ਿਆਦਾ ਦਿਨ ਖਲੋਤਾ ਰਹੇ ਤੇ ਉਹ ਫਸਲ ਸੜ ਜਾਂਦੀ ਹੈ, ਉਹ ਫਸਲ ਪੱਲਰ ਦੀ ਨਹੀਂ। ਤੇ ਜੇ ਉਹ ਫਸਲ ਜਿਹੜੀ ਪਾਣੀ ਨੇ ਸਾੜ ਦਿੱਤੀ ਹੈ, ਪਾਣੀ ਵਿੱਚ ਗਲ ਗਈ ਜਿਹੜੀ ਫਸਲ, ਤੇ ਜੇ ਹੁਣ ਉਸ ਫਸਲ ਨੂੰ ਪਾਣੀ ਵਿੱਚ ਡੁਬਕੀਆਂ ਵਿੱਚ ਦਿੰਦੇ ਰਹੋ ਤੇ ਉਹ ਦੁਬਾਰਾ ਨਹੀਂ ਪਲਰਨ ਲੱਗੀ। ਪਾਣੀ ਦੇ ਨਾਲ ਸੜੀ ਹੋਈ ਫਸਲ ਦੁਬਾਰਾ ਨਹੀਂ ਪਲਰਦੀ। ਇਹ ਚੇਤੇ ਰੱਖਣ ਵਾਲੀ ਚੀਜ਼ ਹੈ। ਪਾਣੀ ਜੀਵਨ ਸੀ, ਪਾਣੀ ਨੇ ਜੀਵਨ ਦੇਣਾ ਸੀ, ਤੇ ਜਿਹਦੇ ਤੋਂ ਜੀਵਨ ਲੈਣਾ ਸੀ, ਉਹਦੇ ਤੋਂ ਹੀ ਮੌਤ ਲੈ ਲਈ, ਫਿਰ ਉਹਨੂੰ ਕੌਣ ਬਚਾ ਸਕਦਾ? ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਪਾਣੀ ਵਿੱਚ ਸੜੀ ਹੋਈ ਖੇਤੀ ਫਿਰ ਹਰੀ ਨਹੀਂ ਹੁੰਦੀ, ਭਾਵੇਂ ਉਸ ਖੇਤੀ ਨੂੰ ਦੁਬਾਰਾ ਪਾਣੀ ਵਿੱਚ ਡੋਬੇ ਦਿੰਦੇ ਰਹੋ, ਕਦੇ ਵੀ ਨਹੀਂ ਉਹ ਹਰੀ ਭਰੀ ਹੋ ਸਕਦੀ। ਇਸੇ ਤਰ੍ਹਾਂ ਫਰੀਦਾ ਜੋ ਦੁਹਾਗਣ ਰੱਬ ਦੀ, ਦੁਹਾਗਣ ਦਾ ਮਤਲਬ ਦੁਹਾਗਣ ਜਿਹਨੂੰ ਪਤੀ ਨੇ ਛੱਡ ਦਿੱਤਾ ਹੋਵੇ, ਜਾਂ ਜਿਸ ਪਤਨੀ ਨੇ ਪਤੀ ਨੂੰ ਛੱਡ ਦਿੱਤਾ ਹੋਵੇ, ਦੁਹਾਗਣ ਉਹਨਾਂ ਨੂੰ ਕਹਿੰਦੇ ਨੇ। ਮੰਦੇ ਭਾਗਾਂ ਵਾਲੀ ਛੁੱਟੜ, ਝੁਰੇਲੀ, ਝੁਰੇ ਦਾ ਮਤਲਬ ਹਮੇਸ਼ਾ ਝੂਰਦੀ ਹੈ। ਇਸੇ ਤਰ੍ਹਾਂ ਜੋ ਜੀਵ ਇਸਤਰੀ ਰੱਬ ਦੇ ਰਾਹ ਤੇ ਤੁਰਦੀ ਹੋਈ ਵੀ ਰੱਬ ਤੋਂ ਵਿਛੜੀ ਹੋਈ ਹੈ, ਉਹ ਸਦਾ ਝੂਰਦੀ ਰਹਿੰਦੀ ਹੈ। ਇਹ ਚੀਜ਼ ਸਮਝਣ ਵਾਲੀ ਹੈ। ਸੁੱਕ ਰਹੀ ਫਸਲ ਨੂੰ ਪਾਣੀ ਮਿਲ ਜਾਏ, ਉਹ ਹਰੀ ਭਰੀ ਹੋ ਜਾਂਦੀ ਹੈ, ਪਰ ਜਿਹੜੀ ਫਸਲ ਪਾਣੀ ਦੇ ਵਿੱਚ ਰਹਿ ਕੇ ਗਲ ਜਾਏ, ਉਹ ਦੁਬਾਰਾ ਹਰੀ ਭਰੀ ਨਹੀਂ ਹੁੰਦੀ। ਹੁਣ ਜਿਹੜੇ ਇਨਸਾਨ ਰੱਬੀ ਗੁਣਾਂ ਦੇ ਨਾਲੋਂ ਟੁੱਟੇ ਹੋਏ ਨੇ, ਸਾਡੇ ਵਰਗੇ ਜਿਹੜੇ ਇਨਸਾਨ ਰੱਬੀ ਗੁਣਾਂ ਦੇ ਨਾਲੋਂ ਟੁੱਟੇ ਹੋਏ ਨੇ ਤੇ ਆਤਮਕ ਮੌਤੇ ਮਰ ਰਹੇ ਨੇ, ਜੇ ਉਹ ਲੋਕ ਸਤਸੰਗ ਵਿੱਚ ਚਲੇ ਜਾਣ, ਬਾਣੀ ਨਾਲ ਜੁੜ ਜਾਣ, ਰੱਬੀ ਗੁਣਾਂ ਦੇ ਨਾਲ ਜੁੜ ਜਾਣ, ਤਾਂ ਉਹਨਾਂ ਦਾ ਜੀਵਨ ਪ੍ਰਫੁੱਲਤ ਹੋ ਸਕਦਾ ਹੈ, ਉਹਨਾਂ ਦਾ ਆਤਮਕ ਜੀਵਨ ਬਚ ਸਕਦਾ ਹੈ, ਉਹ ਆਤਮਕ ਮੌਤ ਨੂੰ ਮਾਤ ਦੇ ਸਕਦੇ ਨੇ। ਜਿਹੜੇ ਰੱਬੀ ਗੁਣਾਂ ਦੇ ਨਾਲ ਨਹੀਂ ਜੁੜੇ ਹੋਏ, ਆਤਮਕ ਮੌਤ ਤੇ ਮਰ ਰਹੇ ਨੇ, ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਖੇੜੇ ਨਹੀਂ ਹਨ। ਜੇ ਉਹ ਸੱਚ ਦੇ ਨਾਲ ਜੁੜ ਜਾਣ, ਜੇ ਉਹ ਰੱਬੀ ਗੁਣਾਂ ਦੇ ਨਾਲ ਜੁੜ ਜਾਣ, ਤਾਂ ਉਹਨਾਂ ਦਾ ਜੀਵਨ ਹਰਾ ਭਰਾ ਹੋ ਸਕਦਾ ਹੈ। ਪਰ ਜਿਹੜੇ ਰੱਬ ਤੇ ਰਾਹਾਂ ਤੇ ਤੁਰ ਰਹੇ ਨੇ, ਜਿਵੇਂ ਆ ਪਿੱਛੇ ਦੱਸਿਆ ਨਾ, ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ਼, ਧਾਰਮਿਕ ਪਹਿਰਾਵਾ ਪਹਿਨਿਆ ਹੋਇਆ ਹੈ, ਪਰ ਕੰਮ ਮੰਦੇ ਕਰ ਰਹੇ ਨੇ, ਉਹਨਾਂ ਦਾ ਆਤਮਕ ਜੀਵਨ ਕਦੇ ਨਹੀਂ ਬਚ ਸਕਦਾ। ਉਹ ਉਸ ਫਸਲ ਵਰਗੇ ਨੇ ਜਿਹੜੇ ਪਾਣੀ ਦੇ ਵਿੱਚ ਰਹਿ ਕੇ ਡੁੱਬ ਗਏ। ਜਿਹੜੇ ਪਾਣੀ ਦੇ ਵਿੱਚ ਰਹਿ ਕੇ ਡੁੱਬ ਗਏ, ਉਹ ਫਸਲ ਦੁਬਾਰਾ ਕਿਵੇਂ ਹਰੀ ਭਰੀ ਹੋਏਗੀ? ਕਿਉਂਕਿ ਜਿਹਦੇ ਤੋਂ ਜੀਵਨ ਲੈਣਾ ਸੀ, ਉਹਦੇ ਤੋਂ ਹੀ ਮੌਤ ਲੈ ਲਈ। ਬਾਹਰੀ ਤੌਰ ਤੇ ਧਾਰਮਿਕ ਦੁਨੀਆ ਵਿੱਚ ਜੀ ਰਹੇ ਨੇ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਆਪਣੇ ਧਰਮ ਮਜ਼ਹਬ ਦੇ ਮੁਤਾਬਕ ਆਪਣੇ ਧਰਮ ਗ੍ਰੰਥਾਂ ਦਾ ਪਠਨ ਪਾਠਨ ਕਰ ਰਹੇ ਨੇ, ਚੋਲੇ ਪਾਏ ਨੇ, ਮਾਲਾਵਾਂ ਪਾਈਆਂ ਨੇ, ਲੇਕਿਨ ਕਰਮ ਅੰਦਰੋਂ ਮਾੜੇ ਨੇ, ਸੋਚ ਮਾੜੀ ਹੈ। ਉਹ ਉਸ ਫਸਲ ਵਰਗੇ ਨੇ ਜਿਹੜੀ ਫਸਲ ਨੂੰ ਪਾਣੀ ਨੇ ਸਾੜ ਦਿੱਤਾ ਹੈ। ਉਹਨਾਂ ਦੇ ਬਚਾਅ ਦਾ ਤੇ ਕੋਈ ਸਾਧਨ ਹੈ ਹੀ ਨਹੀਂ। ਉਹਨਾਂ ਦੇ ਬਚਾਅ ਦਾ ਕੀ ਸਾਧਨ? ਇੱਕ ਬੰਦਾ ਹੈ, ਟਾਰਚ ਲੱਭ ਰਿਹਾ ਹੈ ਕਿ ਮੈਂ ਆਪਣੇ ਘਰ ਜਾਣਾ ਹੈ, ਰਾਹ ਦੇ ਵਿੱਚ ਕਿਸੇ ਮੈਂ ਖੂਹ ਖਾਤੇ ਵਿੱਚ ਨਾ ਡਿੱਗ ਪਵਾਂ, ਕਿਸੇ ਟੋਏ ਵਿੱਚ ਨਾ ਡਿੱਗ ਪਵਾਂ, ਉਹ ਟਾਰਚ ਲੈ ਕੇ ਜਾ ਰਿਹਾ ਹੈ। ਤੇ ਦੂਜਾ ਬੰਦਾ ਟਾਰਚ ਮੰਗ ਰਿਹਾ, ਮੈਨੂੰ ਟਾਰਚ ਚਾਹੀਦੀ, ਉਹ ਤੋਂ ਪੁੱਛੇ ਵੀ ਤੂੰ ਟਾਰਚ ਦਾ ਕੀ ਕਰਨਾ ਹੈ? ਤੇ ਉਹ ਕਹਿੰਦਾ, ਹਨੇਰੇ ਵਿੱਚ ਮੈਂ ਜਾਣਾ ਹੈ ਤੇ ਮੈਂ ਖੂਹ 'ਚ ਛਾਲ ਮਾਰਨੀ, ਮੈਂ ਖੂਹ ਵੇਖਣਾ ਵੀ ਖੂਹ ਕਿੱਥੇ ਵੇ, ਮੈਂ ਟਾਰਚ ਨਾਲ ਖੂਹ ਲੱਭ ਕੇ ਖੂਹ ਵਿੱਚ ਛਾਲ ਮਾਰਨੀ ਹੈ। ਉਸ ਬੰਦੇ ਨੂੰ ਦੱਸੋ ਕੌਣ ਬਚਾ ਸਕਦਾ? ਹਾਥ ਦੀਪ ਕੂਏ ਪਰੇ। ਹੱਥ ਵਿੱਚ ਦੀਵਾ ਹੋਵੇ, ਖੂਹ ਦਿਸਦਾ ਹੋਵੇ, ਜਿਹੜਾ ਉਹਦੇ ਵਿੱਚ ਛਾਲ ਮਾਰੇ, ਉਹਨੂੰ ਕੌਣ ਬਚਾ ਸਕਦਾ? ਧਾਰਮਿਕ ਪਹਿਨਾਵਾ ਪਹਿਨਿਆ ਹੋਵੇ, ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਆਪਣੇ ਆਪ ਨੂੰ ਖਵਾਉਂਦਾ ਹੋਵੇ, ਧਰਮ ਦੀਆਂ ਗੱਲਾਂ ਕਰਦਾ ਹੋਵੇ,
ਲੇਕਿਨ ਉਹ ਵਿਕਾਰਾਂ ਦੇ ਵਿੱਚ ਗਿਰ ਜਾਏ, ਉਹਦਾ ਆਤਮਿਕ ਜੀਵਨ ਕਿਵੇਂ ਬਚੇ? ਤਾਂ ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਪਿਆਰਿਓ, ਜੇ ਧਰਮ ਦੇ ਰਾਹਾਂ ਤੇ ਤੁਰਨਾ ਹੈ ਤਾਂ ਬਨਾਵਟੀ ਜ਼ਿੰਦਗੀ ਨਾ ਜੀਵੋ। ਇੱਥੇ ਤਾਂ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੱਚ ਦੇ ਰਾਹਾਂ ਤੇ ਇਮਾਨਦਾਰੀ ਦੇ ਨਾਲ ਅੰਦਰੋਂ ਬਾਹਰੋਂ ਇੱਕ ਹੋ ਕੇ, ਕਥਨੀ ਔਰ ਕਰਨੀ ਦੇ ਪੂਰੇ ਹੋ ਕੇ ਪ੍ਰਭੂ ਦੇ ਪਿਆਰੇ ਬਣਿਆ ਜਾ ਸਕਦਾ ਹੈ। ਕਥਨੀ ਔਰ ਕਰਨੀ ਦੇ ਜੇਕਰ ਫਰਕ ਹੈ ਤਾਂ ਫਿਰ ਜ਼ਿੰਦਗੀ ਦੇ ਅੰਦਰ ਦੁੱਖ ਹੀ ਦੁੱਖ ਨੇ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਏ। ਤਾਂ ਇੱਥੇ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਜਾਂ ਕੁਆਰੀ, ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਅਰਥ ਕਰ ਰਹੇ ਨੇ, ਜਦੋਂ ਲੜਕੀ ਕੁਆਰੀ ਹੁੰਦੀ ਹੈ ਤਾਂ ਉਹਨੂੰ ਵਿਆਹ ਦਾ ਚਾਅ ਹੁੰਦਾ ਹੈ ਕਿ ਮੇਰਾ ਵਿਆਹ ਹੈ। ਲੜਕੇ ਨੂੰ ਵੀ ਚਾਅ ਹੁੰਦਾ ਹੈ ਕਿ ਮੇਰਾ ਵਿਆਹ ਹੈ। ਹੁੰਦਾ ਹੀ ਇਹ ਚਾਅ ਸਾਰਿਆਂ ਨੂੰ। ਵਿਆਹ ਤੋਂ ਪਹਿਲਾਂ ਤੇ ਚਾਅ ਹੁੰਦਾ ਹੈ। ਵਿਵਾਹਿਤਾ ਮਾਮਲੇ, ਪਰ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਮਾਮਲੇ ਦਾ ਮਤਲਬ ਜ਼ਿੰਮੇਵਾਰੀਆਂ ਸਿਰ ਤੇ ਪੈ ਜਾਂਦੀਆਂ ਨੇ। ਹੁਣ ਉਹ ਜ਼ਿੰਮੇਵਾਰੀਆਂ ਨੂੰ ਵੇਖ ਕੇ ਫਿਰ ਕਈ ਵਾਰ ਬੰਦਾ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਪਾਉਂਦਾ, ਜਾਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਫਿਰ ਬੜਾ ਸਿਰੜ ਚਾਹੀਦਾ ਹੈ। ਬੜੀ ਸ਼ਿੱਦਤ ਦੇ ਨਾਲ ਜ਼ਿੰਦਗੀ ਜੀਣੀ ਪਵੇਗੀ, ਇਮਾਨਦਾਰੀ ਦੇ ਨਾਲ ਜ਼ਿੰਦਗੀ ਜੀਣੀ ਪਵੇਗੀ, ਮਿਹਨਤ ਕਰਨੀ ਪਵੇਗੀ, ਉਦਮ ਕਰਨਾ ਪਵੇਗਾ। ਇਹ ਚੀਜ਼ ਤਾਂ ਅਸੀਂ ਸਮਝ ਸਕਦੇ ਨਾ, ਸਾਰੇ ਗ੍ਰਸਤੀ ਬੰਦੇ ਆ, ਗ੍ਰਸਤ ਨੂੰ ਚਲਾਉਣਾ, ਜ਼ਿੰਮੇਵਾਰੀਆਂ ਸਿਰ ਦੇ ਉੱਤੇ ਪੈ ਜਾਂਦੀਆਂ ਨੇ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਟੀਕਾ ਕੀਤਾ ਗਿਆ ਹੈ, ਉਹ ਲਾਈਨਾਂ ਮੈਂ ਆਪ ਨੂੰ ਥੋੜੀਆਂ ਪੜ੍ਹ ਕੇ ਸੁਣਾ ਦਿਆਂ। ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਏ। ਤਾਂ ਫਿਰ ਜ਼ਿੰਮੇਵਾਰੀਆਂ ਜਦੋਂ ਸਿਰ ਤੇ ਪੈਂਦੀਆਂ ਨੇ ਤਾਂ ਇਹ ਪਛਤਾਵਾ ਹੁੰਦਾ ਹੈ ਕਿ ਉਹ ਮੁੜ ਕੇ ਕੁਆਰੀ ਨਹੀਂ ਹੋ ਸਕਦੀ। ਯਾਨੀ ਉਹ ਪਹਿਲਾ ਚਾਅ ਜਿਹੜਾ ਨਾ ਉਹਦੇ ਮਨ ਦੇ ਵਿੱਚ ਪੈਦਾ ਨਹੀਂ ਹੁੰਦਾ। ਹੁਣ ਜਿਹੜਾ ਵਿਆਹ ਤੋਂ ਪਹਿਲਾਂ ਚਾਅ ਸੀ ਨਾ, ਹੁਣ ਵਿਆਹ ਤੋਂ ਬਾਅਦ ਉਹ ਚਾਅ ਫਿਰ ਰਹਿੰਦਾ ਨਹੀਂ। ਵਿਆਹ ਤੋਂ ਪਹਿਲਾਂ ਉਹ ਚਾਅ ਰਹਿੰਦਾ ਨਹੀਂ। ਆਮ ਕਰਕੇ ਆ ਚੁਟਕਲੇ ਤੁਸੀਂ ਸੁਣਦੇ ਰਹਿੰਦੇ ਹੋ ਨਾ, ਕਿ ਜਦੋਂ ਨਵਾਂ ਵਿਆਹ ਬੰਦੇ ਦਾ ਹੁੰਦਾ ਹੈ ਤੇ ਘਰ ਵਾਲੀ ਜੇ ਥੋੜਾ ਬਾਹਰ ਜਾਣ ਲੱਗੇ ਤੇ ਬਾਹੋਂ ਫੜ ਕੇ ਬੰਦਾ, ਬਹਿ ਜਾ ਘੜੀ। ਤੇ ਜਦੋਂ ਕੋਈ ਸਾਲ 2 ਸਾਲ ਲੰਘ ਜਾਂਦੇ ਨੇ ਤੇ ਫਿਰ ਉਹ ਪੁੱਛਦਾ ਕੋਈ 4 ਦਿਨ ਪੇਕੇ ਨਹੀਂ ਜਾਣਾ? ਆਪ ਪੁੱਛਦਾ ਵੀ 4 ਦਿਨ ਪੇਕੇ ਨਹੀਂ ਜਾਣਾ। ਯਾਨੀ ਇਹ ਬਣਾਏ ਤੇ ਚੁਟਕਲੇ ਨੇ, ਪਰ ਇਹੋ ਜਿਹੀਆਂ ਹਾਲਾਤਾਂ ਆਮ ਥਾਵਾਂ ਤੇ ਪੈਦਾ ਹੋ ਜਾਂਦੀਆਂ। ਇਹ ਪਛਤਾਵਾ ਕਿ ਮੁੜ ਕੁਆਰੀ ਨਹੀਂ ਹੋ ਸਕਦੀ, ਭਾਵ ਇਹਦਾ ਇਹ ਹੈ ਕਿ ਪਰਮਾਰਥ ਦੇ ਰਾਹ ਤੇ ਚੱਲਦਾ ਮਨੁੱਖ ਆਪਣੇ ਅੰਦਰ ਘਾਟੇ ਮਹਿਸੂਸ ਕਰਦਾ ਹੈ ਤੇ ਕਈ ਵਾਰ ਡਿੱਗਦਾ ਹੈ। ਤੇ ਡਿੱਗਣ ਸਮੇਂ ਦੇ ਇਹ ਜਜ਼ਬਾਤ ਨੇ ਕਿ ਇਹਦੇ ਤੋਂ ਚੰਗਾ ਤਾਂ ਇਹ ਸੀ ਕਿ ਜ਼ਿੰਮੇਵਾਰੀਆਂ ਤੋਂ ਬਚਿਆ ਰਹਿੰਦਾ। ਇਹ ਜਿਹੜੇ ਨੇ ਸ਼੍ਰੋਮਣੀ ਕਮੇਟੀ ਦਾ ਜੋ ਟੀਕਾ ਹੈ 4 ਪੋਥੀਆਂ, ਉਹਨਾਂ ਦੇ ਵਿੱਚ ਉਹਨਾਂ ਨੇ, ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਨੇ। ਹੁਣ ਇੱਥੋਂ ਆਪਾਂ ਜੀਵਨ ਜਾਤ ਸਿੱਖਣ ਦਾ ਯਤਨ ਕਰਨਾ ਹੈ। ਫਰੀਦਾ ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਇਹ ਚੀਜ਼ ਨੂੰ ਸਮਝਣਾ, ਜਾਂ ਕੁਆਰੀ, ਕਿ ਜਦੋਂ ਇਹ ਜਿੰਦ ਕੁਆਰੀ ਸੀ, ਯਾਨੀ ਵਿਕਾਰਾਂ ਦਾ ਕੋਈ ਜੰਜਾਲ, ਦਾਗ ਧੱਬਾ ਨਹੀਂ ਸੀ ਲੱਗਿਆ, ਤਾਂ ਚਾਓ ਉਦੋਂ ਇਹਦੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਸੀ। ਉਦੋਂ ਤੱਕ ਇਹਦੀ ਜ਼ਿੰਦਗੀ ਵਿੱਚ ਚਾਅ ਸੀ, ਖੁਸ਼ੀ ਸੀ। ਜਦੋਂ ਤੱਕ ਇਹ ਕੁਆਰੀ ਸੀ, ਇਹ ਜਿੰਦ, ਮੇਰੀ ਮੱਤ, ਇਹਨੂੰ ਈਰਖਾ, ਦਵੇਸ਼, ਵੈਰ, ਵਿਰੋਧ ਆਦਿਕ ਦਾ ਕੋਈ ਲੇਪ ਨਹੀਂ ਸੀ, ਉਦੋਂ ਤੱਕ ਚਾਅ ਸੀ, ਉਦੋਂ ਤੱਕ ਜੀਵਨ ਵਿੱਚ ਖੁਸ਼ੀ ਸੀ। ਵਿਵਾਹੀ ਤਾਂ ਮਾਮਲੇ ਤੇ ਜਦੋਂ ਮੇਰੀ ਇਹ ਮੱਤ, ਜਦੋਂ ਮੇਰੀ ਜਿੰਦ ਵਿਕਾਰਾਂ ਨਾਲ ਵਿਆਹੀ ਗਈ, ਵਿਕਾਰ ਕਮਾਉਣ ਲੱਗ ਪਈ, ਈਰਖਾ, ਦਵੇਸ਼, ਵੈਰ, ਵਿਰੋਧ, ਤਾਂ ਉਦੋਂ ਮਾਮਲੇ ਪੈਦਾ ਹੋ ਗਏ। ਜਦੋਂ ਤੱਕ ਬੁੱਧ ਕੁਆਰੀ ਸੀ, ਉਦੋਂ ਤੱਕ ਖੁਸ਼ੀ ਸੀ,
ਤੇ ਨਾਲ ਵਿਕਾਰ ਕਮਾਉਣ ਦਾ ਚਾਅ ਵੀ ਸੀ ਕਿ ਸ਼ਾਇਦ ਇਹਨਾਂ ਵਿਕਾਰਾਂ ਵਾਲੀ ਜ਼ਿੰਦਗੀ ਬੜੀ ਚੰਗੀ ਹੋਏਗੀ। ਕਾਮ, ਕ੍ਰੋਧ, ਲੋਭ, ਹੰਕਾਰ ਦੇ ਵਿੱਚ ਸ਼ਾਇਦ ਮਤਲਬ ਬੜਾ ਸੁੱਖ ਹੋਏਗਾ। ਇਸ ਲਈ ਵਿਕਾਰ ਕਮਾਉਣ ਦਾ ਚਾਅ ਵੀ ਸੀ। ਕਿਸੇ ਨੂੰ ਵੇਖਿਆ ਵੀ ਉਹਨੇ 2 ਨੰਬਰ ਦੇ ਧੰਦੇ ਕਰਕੇ ਨਸ਼ੇ ਵੇਚ-ਵੇਚ ਕੇ ਤੇ ਕੋਠੀ ਬਣਾ ਲਈ, ਉਹਨੇ ਜ਼ਮੀਨ ਖਰੀਦ ਲਈ ਹੈ। ਤੇ ਕਿਸੇ ਦੂਜੇ ਬੰਦੇ ਦੇ ਮਨ ਵਿੱਚ ਵੀ ਚਾਹ ਆ ਜਾਏ ਕਿ ਯਾਰ ਮੈਂ ਵੀ ਇਹ ਕੰਮ ਕਰਾਂ ਤੇ ਮੈਂ ਵੀ ਇਸ ਤਰ੍ਹਾਂ ਕਰ ਲਵਾਂ। ਜਦੋਂ ਤੱਕ ਜਿੰਦ ਕੁਆਰੀ ਸੀ ਨਾ ਵਿਕਾਰਾਂ ਤੋਂ, ਤਾਂ ਵਿਕਾਰ ਕਮਾਉਣ ਦਾ ਚਾਅ ਸੀ ਕਿ ਮੈਂ ਵੀ ਵਿਕਾਰ ਕਮਾਵਾਂ। ਵਿਵਾਹਿਤਾ ਮਾਮਲੇ ਤੇ ਜਦੋਂ ਉਹਨਾਂ ਵਿਕਾਰਾਂ ਦੇ ਨਾਲ ਮਤਲਬ ਵਿਆਹੀ ਗਈ ਤਾਂ ਮਾਮਲੇ ਪੈਦਾ ਹੋ ਗਏ। ਇੱਥੇ ਮਾਮਲੇ ਦਾ ਮਤਲਬ ਹੈਗਾ ਜੰਜਾਲ ਪੈ ਗਏ, ਸਜ਼ਾ ਮਿਲਣੀ ਸ਼ੁਰੂ ਹੋ ਗਈ। ਕਿਸੇ ਵੱਲ ਵੇਖ ਕੇ ਮੈਂ ਵੀ ਨਸ਼ਿਆਂ ਦੀ ਬਲੈਕਮੇਲ ਸ਼ੁਰੂ ਕਰ ਲਈ ਤੇ ਕੀ ਹੋਇਆ ਕਿ ਮੈਂ ਜੇਲ੍ਹ ਚਲਾ ਗਿਆ। ਹੁਣ ਮਾਮਲੇ ਪੈ ਗਏ ਨਾ। ਫਰੀਦਾ ਇਹੋ ਪਛੋਤਾਓ। ਹੁਣ ਜ਼ਿੰਦਗੀ ਵਿੱਚ ਇੱਕ ਪਛਤਾਵਾ ਰਹਿ ਜਾਂਦਾ ਕਿ ਵਤ ਕੁਆਰੀ ਨਾ ਥੀਏ, ਹੁਣ ਮੇਰੀ ਇਹ ਜਿੰਦ ਕੁਆਰੀ ਨਹੀਂ ਹੋ ਸਕਦੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਵਿਕਾਰਾਂ ਦੇ ਵਿੱਚ ਇੱਕ ਵਾਰੀ ਜਿਹੜਾ ਬੰਦਾ ਫਸ ਗਿਆ ਉਹ ਨਿਕਲ ਹੀ ਨਹੀਂ ਸਕਦਾ। ਇਸ ਚੀਜ਼ ਨੂੰ ਇੱਕ ਯਾਦ ਰੱਖਣਾ, ਇੱਥੇ ਗੱਲ ਪਛੋਤਾਓ ਦੀ ਹੈ, ਪਛਤਾਵਾ। ਵਿਕਾਰ ਕਮਾਉਣ ਤੋਂ ਬਾਅਦ ਵਿਕਾਰ ਵੀ ਛੱਡ ਦਿਓ, ਵੀ ਛੱਡ ਵੀ ਦੋ ਨਾ ਤਾਂ ਇੱਕ ਪਛਤਾਵਾ ਫਿਰ ਵੀ ਰਹਿ ਜਾਂਦਾ ਹੈ। ਇਸ ਗੱਲ ਨੂੰ ਸਮਝਣ ਵਾਸਤੇ ਆਪਾਂ ਦੇਖਦੇ ਹਾਂ ਕਿ ਤੁਹਾਡੇ ਘਰ ਵਿੱਚ ਕੋਈ ਲੱਕੜੀ ਹੈ, ਲੱਕੜ ਦਾ ਦਰਵਾਜ਼ਾ ਹੈ, ਉਹਦੇ ਵਿੱਚ ਤੁਸੀਂ ਇੱਕ ਕਿੱਲ ਠੋਕਿਆ, ਤਾਂ ਜਦੋਂ ਕਿੱਲ ਠੋਕਿਆ ਤਾਂ ਕਿੱਲ ਠੁੱਕ ਗਿਆ। ਬਾਅਦ ਵਿੱਚ ਤੁਸੀਂ ਸੋਚਿਆ ਵੀ ਇਹ ਗਲਤ ਜਗ੍ਹਾ ਤੇ ਕਿੱਲ ਠੋਕ ਦਿੱਤਾ, ਤੁਸੀਂ ਪਲਾਸ ਲੈ ਕੇ ਕਿੱਲ ਪੁੱਟ ਲਿਆ, ਪਰ ਜਿਹੜੀ ਹੁਣ ਉਹ ਕਿੱਲ ਦੀ ਮੋਰੀ ਹੋ ਗਈ ਹੈ, ਉਹਨੂੰ ਤੁਸੀਂ ਕਿਵੇਂ ਪੂਰ ਸਕਦੇ ਹੋ? ਉਹਨੂੰ ਪੂਰਨ ਦਾ ਕੋਈ ਸਾਧਨ ਨਹੀਂ ਹੈ। ਉਹਦੇ ਵਿੱਚ ਕੁਝ ਭਰ ਵੀ ਦਿਓਗੇ ਤਾਂ ਵੀ ਉਹਨੇ ਚੀਜ਼ ਦਿਸਦੀ ਰਹਿਣੀ ਹੈ। ਇਸੇ ਤਰ੍ਹਾਂ ਕਈ ਵਾਰ ਐਸਾ ਹੁੰਦਾ ਹੈ, ਬੰਦਾ ਵਿਕਾਰ ਕਮਾ ਲੈਂਦਾ ਹੈ, ਪਾਪ ਕਰ ਦਿੰਦਾ ਹੈ, ਤੇ ਫਿਰ ਕਈ ਵਾਰ ਚੰਗੇ ਬੰਦਿਆਂ ਦੇ ਨਾਲ ਮਿਲ ਕੇ ਪਾਪ ਕਰਮ ਛੱਡ ਵੀ ਦਿੰਦਾ ਹੈ, ਸਹੀ ਰਾਸਤੇ ਤੇ ਆ ਜਾਂਦਾ ਹੈ। ਪਰ ਜਦੋਂ ਆਪਣੇ ਪਿਛਲੇ ਕਮਾਏ ਪਾਪਾਂ ਵੱਲ ਉਹਦਾ ਧਿਆਨ ਜਾਂਦਾ, ਫਿਰ ਉਹਨੂੰ ਪਛਤਾਵਾ ਹੁੰਦਾ ਕਿ ਮੈਨੂੰ ਨਿਸਨ ਕਰਨੇ ਚਾਹੀਦੇ। ਪਰ ਹੁਣ ਉਹ ਜ਼ਿੰਦਗੀ ਚੋਂ ਨਹੀਂ ਨਾ ਮਿਟ ਸਕਦੇ। ਉਹ ਜਿਹੜਾ ਤਜਰਬਾ ਹੋ ਚੁੱਕਾ ਹੈ, ਉਹਨੂੰ ਕਿਵੇਂ ਮਿਟਾਓਗੇ? ਉਹ ਅੰਦਰ ਰਹੀ ਜਾਏਗਾ। ਤਾਂ ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਾਂ ਕੁਆਰੀ ਤਾਂ ਚਾਹੋ, ਜਦੋਂ ਤੱਕ ਸਾਡੀ ਜਿੰਦ ਵਿਕਾਰਾਂ ਤੋਂ ਕੁਆਰੀ ਹੁੰਦੀ ਹੈ, ਉਦੋਂ ਤੱਕ ਇਹਦੇ ਜੀਵਨ ਵਿੱਚ ਖੁਸ਼ੀਆਂ ਖੇੜੇ ਵੀ ਹੁੰਦੇ ਨੇ, ਪਰ ਇਹਦੇ ਮਨ ਦੇ ਵਿੱਚ ਵਿਕਾਰ ਕਮਾਉਣ ਦਾ ਕਈ ਵਾਰ ਚਾਅ ਹੁੰਦਾ ਹੈ। ਪਰ ਜਦੋਂ ਉਹਨਾਂ ਵਿਕਾਰਾਂ ਦੇ ਨਾਲ ਵਿਆਹੀ ਜਾਂਦੀ ਹੈ, ਵਿਕਾਰ ਕਮਾ ਲੈਂਦੀ ਹੈ, ਤਾਂ ਫਿਰ ਇਹਨੂੰ ਜੰਜਾਲ ਪੈ ਜਾਂਦੇ ਨੇ ਤੇ ਫਿਰ ਜਿੰਦ ਦੀ ਇੱਕੋ ਹੀ ਪਛਤਾਵਾ ਰਹਿ ਜਾਂਦਾ, ਇਹੋ ਪਛਤਾਓ। ਫਿਰ ਇਹ ਪਛਤਾਵਾ ਰਹਿ ਜਾਂਦਾ, ਵਤ ਕੁਆਰੀ ਨਾ ਥੀਏ, ਕਿ ਮੇਰੀ ਜਿਹੜੀ ਸੋਚ ਹੈ, ਮੇਰੀ ਜਿਹੜੀ ਜਿੰਦ ਹੈ, ਉਹ ਵਿਕਾਰਾਂ ਤੋਂ ਰਹਿਤ ਨਹੀਂ ਹੋ ਸਕਦੀ। ਯਾਨੀ ਇਹ ਪਛਤਾਵਾ ਜਿਹੜਾ ਵਿਕਾਰਾਂ ਦਾ ਜ਼ਿੰਦਗੀ ਦੇ ਅੰਦਰ ਰਹਿ ਜਾਂਦਾ ਹੈ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਭਾਈ, ਜੀਵਨ ਦੇ ਅੰਦਰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸੈਂਕੜੇ ਵਾਰ ਸੋਚੋ, ਕੋਈ ਮਾੜਾ ਕਰਮ ਨਾ ਕਰੋ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਜ਼ਿੰਦਗੀ ਵਿੱਚ ਪਛਤਾਵਾ ਪੈਦਾ ਹੁੰਦਾ ਹੈ। ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ, ਦੁੱਖ ਮਿਲਦਾ ਹੈ, ਪਛਤਾਵਾ ਮਿਲਦਾ ਹੈ। ਇਸ ਲਈ ਸਾਰੀ ਜ਼ਿੰਦਗੀ ਪਛਤਾਣਾ ਹੀ ਪਵੇ, ਇਹੋ ਜਿਹਾ ਕੰਮ ਨਾ ਕਰੋ। ਇਹਨਾਂ ਚੀਜ਼ਾਂ ਤੋਂ ਬਚੋ ਕਿ ਤੁਹਾਡੀ ਜ਼ਿੰਦਗੀ ਦੇ ਅੰਦਰ ਕੋਈ ਨਾ ਕੋਈ ਪਛਤਾਵਾ ਰਹਿ ਜਾਏ, ਔਰ ਫਿਰ ਉਹ ਪਛਤਾਵਾ ਜਿਹੜਾ ਹੈ ਉਹ ਮਿਟ ਹੀ ਨਾ ਸਕੇ। ਇਸ ਲਈ ਚੰਗਾ ਹੈ ਕਿ ਇਹੋ ਜਿਹੇ ਕਰਮ ਕੀਤੇ ਹੀ ਨਾ ਜਾਣ, ਜਿਨ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਵੇ ਔਰ ਜਿਨ੍ਹਾਂ ਦੇ ਨਾਲ ਜੀਵਨ ਦੇ ਅੰਦਰ ਪਛਤਾਵਾ ਵੀ ਪੈਦਾ ਹੋਵੇ। ਤਾਂ ਬਾਬਾ ਫਰੀਦ ਜੀ ਸਾਨੂੰ ਇਹਨਾਂ ਸ਼ਲੋਕਾਂ ਰਾਹੀਂ ਚੰਗੀ ਜ਼ਿੰਦਗੀ ਜੀਣ ਦੀ ਪ੍ਰੇਰਨਾ ਦੇ ਰਹੇ ਹਨ, ਔਰ ਨਾਲ ਸਾਨੂੰ ਇਹਨਾਂ ਸ਼ਲੋਕਾਂ ਰਾਹੀਂ ਸਮਝਾ ਰਹੇ ਨੇ ਕਿ ਜੋ ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਚਾਹੀਦਾ ਹੈ ਆਪਣੇ ਦਿਲ ਦੀ ਸਾਰੀਆਂ ਭਟਕਣਾਵਾਂ ਖਤਮ ਕਰਕੇ ਤਨੋਂ ਮਨੋਂ ਦਿਲੋਂ ਪ੍ਰਭੂ ਦੀ ਚਾਕਰੀ ਕਰਨ, ਰੱਬੀ ਰਜ਼ਾ ਦੇ ਅੰਦਰ ਤੁਰਨ, ਔਰ ਰੁੱਖਾਂ ਵਰਗਾ ਜਿਗਰਾ, ਰੁੱਖਾਂ ਵਰਗਾ ਸਬਰ, ਰੁੱਖ ਵਰਗਾ ਜੀਵਨ ਆਪਣਾ ਪੈਦਾ ਜਿਹੜਾ ਕਰ ਲੈਂਦਾ ਹੈ, ਉਹੀ ਅਸਲ ਦੇ ਅੰਦਰ ਰੱਬ ਦਾ ਪਿਆਰਾ ਹੈ। ਜਿਨ੍ਹਾਂ ਨੇ ਬਾਹਰੀ ਤੌਰ ਤੇ ਕਾਲੇ ਕੱਪੜੇ ਪਾਏ ਨੇ, ਚਿੱਟੇ ਪਾਏ ਨੇ, ਜੋਗੀਏ ਪਾਏ ਨੇ, ਕਾਲੇ ਵੇਸ਼ ਬਣਾਏ ਨੇ, ਲੇਕਿਨ ਅੰਦਰੋਂ ਜਿਹੜੇ ਗੁਨਾਹਾਂ ਦੇ ਨਾਲ ਭਰੇ ਹੋਏ ਨੇ, ਉਹਨਾਂ ਨੂੰ ਕਦੇ ਵੀ ਰੱਬ ਦਾ ਪਿਆਰਾ ਨਹੀਂ ਸਮਝਿਆ ਜਾ ਸਕਦਾ। ਯਾਨੀ ਭੇਖਾਂ ਦੇ ਨਾਲ ਕਦੇ ਵੀ ਪ੍ਰਭੂ ਦੀ ਪ੍ਰੀਤ ਸਾਡੇ ਅੰਦਰ ਪੈਦਾ ਨਹੀਂ ਹੋ ਸਕਦੀ, ਨਾ ਇਨਸਾਨੀਅਤ ਪੈਦਾ ਹੁੰਦੀ ਹੈ। ਨਾਲ ਦਸਤੇ ਨੇ ਤੱਤੀ ਤੋਏ ਨਾ ਪੱਲਵੇ,
ਕਿ ਜਿਵੇਂ ਪਾਣੀ ਦੇ ਅੰਦਰ ਗਲੀ ਹੋਈ ਫਸਲ ਦੁਬਾਰਾ ਹਰੀ ਭਰੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜੋ ਰੱਬੀ ਰਾਹਾਂ ਤੇ ਚੱਲਦੇ ਹੋਏ ਧਰਮ ਦੀ ਦੁਨੀਆ ਵਿੱਚ ਵਿਚਰਦੇ ਹੋਏ ਧਾਰਮਿਕ ਪਹਿਨਾਵੇ ਪਹਿਨ ਕੇ ਵੀ ਵਿਕਾਰ ਪਾਪ ਕਮਾਉਂਦੇ ਨੇ, ਉਹਨਾਂ ਦਾ ਆਤਮਿਕ ਜੀਵਨ ਕਦੇ ਵੀ ਪ੍ਰਫੁੱਲਤ ਨਹੀਂ ਹੁੰਦਾ। ਉਹ ਹਮੇਸ਼ਾ ਝੂਰਦੇ ਹੀ ਰਹਿੰਦੇ ਨੇ। ਔਰ ਨਾਲ ਸਮਝਾ ਰਹੇ ਨੇ ਕਿ ਜਦੋਂ ਤੱਕ ਬੰਦਾ ਵਿਕਾਰਾਂ ਵੱਲੋਂ ਰਹਿਤ ਸੀ ਤਾਂ ਇਹਦੇ ਜੀਵਨ ਦੇ ਵਿੱਚ ਇਮਾਨਦਾਰੀ ਸੀ, ਖੁਸ਼ੀਆਂ ਖੇੜੇ ਸਨ, ਪਰ ਇਹਦੇ ਮਨ ਦੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਮੈਂ ਵੀ ਵਿਕਾਰਾਂ ਦੇ ਅੰਦਰੋਂ ਖੁਸ਼ੀਆਂ ਹਾਸਲ ਕਰ ਸਕਾਂਗਾ। ਜਦੋਂ ਇਹ ਜਿੰਦ ਉਹਨਾਂ ਵਿਕਾਰਾਂ ਨਾਲ ਵਿਆਹੀ ਜਾਂਦੀ ਹੈ, ਵਰੀ ਜਾਂਦੀ ਹੈ, ਭਾਵ ਵਿਕਾਰ ਕਮਾਉਣ ਲੱਗ ਜਾਂਦੀ ਹੈ, ਤਾਂ ਫਿਰ ਇਹਨੂੰ ਮਾਮਲੇ ਦਾ ਮਤਲਬ ਜੰਜਾਲ ਪੈ ਜਾਂਦੇ ਨੇ, ਇਹਦੇ ਉੱਤੇ ਦੁੱਖਾਂ ਦਾ ਜਾਲ ਵਿਛ ਜਾਂਦਾ ਹੈ, ਤੇ ਫਿਰ ਇਹਦੀ ਜ਼ਿੰਦਗੀ ਵਿੱਚ ਇੱਕ ਪਛਤਾਵਾ ਰਹਿ ਜਾਂਦਾ ਹੈ ਕਿ ਮੈਂ ਹੁਣ ਕੁਆਰੀ ਕਿਵੇਂ ਹੋਵਾਂ, ਭਾਵ ਕਿ ਮੇਰੀ ਉਹ ਸੋਚ ਉੱਥੋਂ ਤੱਕ ਕਿਵੇਂ ਪਹੁੰਚੇ। ਯਾਨੀ ਜ਼ਿੰਦਗੀ ਦੇ ਅੰਦਰ ਕੇਵਲ ਔਰ ਕੇਵਲ ਪਛਤਾਵਾ ਰਹਿ ਜਾਂਦਾ ਹੈ। ਤਾਂ ਜੀਵਨ ਵਿੱਚ ਪਛਤਾਵਾ ਨਾ ਰਹੇ, ਇਸ ਲਈ ਐਸੇ ਕਰਮ ਨਾ ਕਰੋ। ਸਾਨੂੰ ਸਮਝਾਇਆ ਹੈ ਕਿ ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਲਾਭ ਨਹੀਂ ਹੈ, ਉਹਨਾਂ ਕੰਮਾਂ ਨੂੰ ਵਿਸਾਰ ਦਿਓ, ਉਹਨਾਂ ਕੰਮਾਂ ਨੂੰ ਭੁਲਾ ਦਿਓ।